ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਕਰਨਾ ਗੁਰ ਜਾਚ ਸਦਾ ਸੁਖਦਾ ਮਨ ਕੇਰ ਬਿਕਾਰ ਕਰੋ ਹਰਿ ਨਾਮ। ਹਰਿ ਨਾ ਭਜਨ ਭਵ ਕੋ ਕਰਤਾ ਮਹਿਮਾ ਗੁਣ ਕੈ ਪਰਹੁ ਸਰਨਾ। ਕਰਨਾ ਗੁਰ ਜਾਚ ਸਦਾ ਸੁਖਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪਤਿਤ ਪਾਵਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਕਰਮਾਂ ਵਾਲੇ ਹੋ, ਜਿਨ੍ਹਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਸੰਧਿਆ ਦੇ ਸਮੇਂ ਤੋਂ ਸਜ ਰਹੇ ਹੈ। ਬੇਅੰਤ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲਿਆ ਹੈ। ਸਤਿਗੁਰੂ ਜੀ ਕੀ ਧੁਰ ਕੀ ਬਾਣੀ ਸੋ ਦਰ ਰਹਿਰਾਜ ਸਾਹਿਬ ਜੀ ਦੇ ਜਾਪ ਹੋਏ ਹੈ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਗੁਰੂ ਦੀਆਂ ਸੰਗਤਾਂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਇਸ ਦੇ ਨਾਲ ਹੀ ਜੋ ਆਪਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣ ਦੀ ਮਹਾਰਾਜ ਤਿਆਰੀ ਕਰ ਰਹੇ ਹੈ। ਅਤੇ ਬੇਅੰਤ ਸੰਗਤਾਂ
ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆ ਰਹੀਆਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਾਤਾ ਸੁਲੱਖਣੀ ਜੀ ਦੇ ਕਹਿਣੇ ਕਰਕੇ ਸੱਚੇ ਪਾਤਸ਼ਾਹ ਜੀ ਉਂਝ ਅਸੂ ਵਧੀ ਸਪਤਮੀ ਵਾਲੇ ਦਿਨ ਜੋਤੀ ਜੋ ਸਮਾਉਣ ਲੱਗੇ ਸਨ। ਮਾਤਾ ਜੀ ਦੇ ਕਹਿਣੇ ਕਰਕੇ ਮਹਾਰਾਜ 2 ਦਿਨ ਹੋਰ ਰੁਕੇ, ਕਿਉਂਕਿ ਸਮਸ਼ਟੀ ਭੰਡਾਰਾ ਸਤਿਗੁਰੂ ਜੀ ਨੇ ਕਰਨਾ ਸੀ। ਇਵੇਂ ਸਮਸ਼ਟੀ ਭੰਡਾਰਾ ਹੋਇਆ, ਜਿਹਦੇ ਵਿੱਚ ਕਿਸੇ ਵੀ ਗਰੀਬ ਗੁਰਬੇ ਊਚ ਨੀਚ ਕਿ ਧਰਮ ਜਾਤੀ ਦੇ ਨੂੰ ਨਾ ਮਨਾ ਨਹੀਂ ਸੀ। ਸਾਰੀ ਸੰਗਤ, ਕੋਈ ਹਿੰਦੂ ਹੋਵੇ, ਮੁਸਲਮਾਨ, ਕਿਸੇ ਜਾਤੀ, ਬ੍ਰਾਹਮਣ, ਖੱਤਰੀ, ਸੂਦ, ਵੈਸ, ਬਸ ਸਾਰੇ ਜਿਹੜੇ ਹੈ ਉੱਥੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਹੋਏ ਹੈ। 4 ਕੋ ਕਰਤਾਰਪੁਰ ਸਾਹਿਬ ਦੇ ਇਰਦ ਗਿਰਦ ਸਿੱਖ ਸੰਗਤ ਦੇ ਡੇਰੇ ਹਨ। ਗੱਲ ਕੀ ਵੀ ਜਿਨ੍ਹਾਂ 'ਚ ਸ਼ਕਤੀ ਹੈ ਉਹ ਪੀਰ, ਔਲੀਏ, ਪੈਗੰਬਰ, ਸਿੱਧਨਾਥ, ਜਤੀ ਉਹਦੇ ਤਾਕਤ ਨਾਲ ਆ ਗਏ ਇੱਥੇ ਸੁੱਤੇ ਸਿੱਧ ਗੁਪਤ ਰੂਪ ਵਿੱਚ ਹੀ। ਜਿਹੜੇ ਸਰੀਰਕ ਬਲ ਵਾਲੇ ਹੈ, ਮਨੁੱਖ ਆਦਿਕ, ਮਾਈ ਭਾਈ, ਉਹ ਵੀ ਸਭ ਇੱਥੇ ਮਹਾਰਾਜ ਨੇ ਪ੍ਰੇਮ ਕਰਨ ਵਾਲੇ ਪਹੁੰਚੇ ਹੋਏ ਹੈ। ਫਿਰ 33 ਕਰੋੜ ਦੇਵਤਿਆਂ ਨੇ ਸੱਚੇ ਪਾਤਸ਼ਾਹ ਜੀ ਦੀ ਇੰਨੀ ਵਡਿਆਈ ਕੀਤੀ, ਜੋ ਗੁਰੂ ਸਤੋਤਰ ਆਪਾਂ ਕੱਲ੍ਹ ਬੜੇ ਵਿਸਥਾਰ ਨਾਲ ਸਰਵਣ ਕੀਤਾ ਹੈ। ਸਾਰੇ ਦੇਵਤਿਆਂ ਨੇ ਮਹਾਰਾਜ ਦੀ ਵਡਿਆਈ ਕਰਕੇ, ਸੱਚਾ ਪਾਤਸ਼ਾਹ ਤੁਸੀਂ ਵਿਆਪਕ ਹੋ, ਇੰਨੇ ਵਿਆਪਕ ਹੋ ਵੀ ਸਭ ਦੇ ਵਿੱਚ ਹੀ ਪਰਿਪੂਰਨ ਹੋ, ਸਾਰੇ ਤੁਹਾਡੇ ਵਿੱਚ ਪਰਿਪੂਰਨ ਹਨ। ਐਸਾ ਜੋ ਵਿਆਪਕ ਪਰਮੇਸ਼ਰ ਉਹੀ ਉਹ ਗੁਰੂ ਨਾਨਕ ਸਾਹਿਬ ਸਰੂਪ ਧਾਰ ਕੇ ਆਏ ਹੋਏ ਹੈ। ਜੋਤ ਰੂਪ ਹਰ ਆਪ ਹੀ ਹਨ ਗੁਰੂ ਨਾਨਕ। ਮਹਾਰਾਜ ਤੁਹਾਨੂੰ ਸਾਡੀ ਮਨ ਕਰਕੇ ਨਮਸਕਾਰ ਹੈ, ਬਾਣੀ ਕਰਕੇ ਨਮਸਕਾਰ ਹੈ, ਸਰੀਰ ਕਰਕੇ ਵੰਦਨਾ ਹੈ। ਇਵੇਂ ਗੁਰੂ ਸਾਹਿਬ ਜੀ ਦੀ ਬਹੁਤ ਸਾਧ ਸੰਗਤ ਜੀ, ਦੇਵੀ ਦੇਵਤਿਆਂ ਨੇ ਵਡਿਆਈ ਕੀਤੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਾਰੀ ਸੰਗਤ ਨੂੰ ਦਰਸ਼ਨ ਦੇ ਰਹੇ ਹੈ। ਮਹਾਰਾਜ ਜੋਤੀ ਜੋ ਸਮਾਉਣ ਦਾ ਸਮਾਂ ਸਮਝ ਕੇ ਸਿੱਖ ਨੂੰ ਸਤਿਗੁਰੂ ਜੀ ਦੇ ਦੋਵੇਂ ਸਾਹਿਬਜ਼ਾਦੇ ਬੁਲਾਉਣ ਲਈ ਮਹਾਰਾਜ ਨੇ ਭੇਜਿਆ ਹੈ, ਪਰ ਬਾਬਾ ਸ਼੍ਰੀ ਚੰਦ ਲਖਮੀ ਦਾਸ ਨਹੀਂ ਆਏ ਹੈ। ਸਗੋਂ ਵਿਅੰਗ ਜੇ ਨਾਲ ਮਖੌਲ ਜਿਹਾ ਕਰਦੇ ਕਹਿੰਦੇ ਹੈ ਸਿੱਖ ਨੂੰ ਵੀ, ਅੱਛਾ ਜਿਵੇਂ ਮਹਾਰਾਜ 7ਵੀਂ ਥਿੱਤ ਵਾਲੇ ਦਿਨ ਸਮਾ ਗਏ ਸਨ ਜੋਤੀ ਜੋਤ, ਅਤੇ ਤੁਸੀਂ ਲੈਣ ਆਇਓ ਕਿ ਹੁਣ ਵੀ ਉਸੇ ਤਰ੍ਹਾਂ ਸਮਾਉਣਗੇ, ਭਾਵ ਉਹਨਾਂ ਕੀ ਸਮਾਉਣਾ ਹੈ। ਜਾਣਦੇ ਨਹੀਂ ਹੈ ਵੀ ਜੋ ਇੱਕ ਓਅੰਕਾਰ ਪਰਮੇਸ਼ਰ ਵਾਹਿਗੁਰੂ ਹੈ, ਉਹੀ ਉਹ ਗੁਰੂ ਨਾਨਕ ਸਾਹਿਬ ਜੀ ਹਨ। ਅਗਿਆਨ ਕਰਕੇ ਇਹੋ ਜਿਹਾ ਕੋਈ ਬਚਨ ਜਿਹਾ ਬੋਲਿਆ, ਸਿੱਖ ਨੇ ਮਹਾਰਾਜ ਜੀ ਨੂੰ ਦੱਸ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਦੇ ਚੁੱਪ ਕੀਤੇ ਰਹੇ ਵੀ ਚਲੋ ਅਗਿਆਨ ਕਰਕੇ ਵਿਚਾਰੇ ਬੋਲਦੇ ਹੈ, ਅਤੇ ਸੰਗਤ ਦੇ ਵਿੱਚ ਦਰਸ਼ਨ ਦੇ ਰਹੇ ਹੈ। ਸਭ ਪਾਸੇ ਸਤਿਨਾਮ ਵਾਹਿਗੁਰੂ ਦੀ ਆਵਾਜ਼ ਹੋ ਰਹੀ ਹੈ, ਕਿਤੇ ਕੀਰਤਨ ਪੜ੍ਹਿਆ ਜਾ ਰਿਹਾ, ਕਿਤੇ ਗੁਰਬਾਣੀ ਪੜ੍ਹੀ ਜਾ ਰਹੀ ਹੈ। ਬ੍ਰਾਹਮਣ ਆਦਿਕ ਵੇਦ ਪਾਠੀ ਵੇਦਾਂ ਦੀ ਆਵਾਜ਼ਾਂ ਵਿੱਚ ਵੇਦ ਪਾਠ ਕਰ ਰਹੇ ਹੈ। ਹਜ਼ਾਰਾਂ ਦੀਆਂ ਸੰਗਤਾਂ ਇਕੱਠੀਆਂ ਹੀ ਮਹਾਰਾਜ ਦਾ ਦਰਸ਼ਨ ਕਰ ਰਹੇ ਹੈ। ਉਹ ਪ੍ਰਸੰਗ ਆਪਾਂ ਸਰਵਣ ਕੀਤਾ ਸੀ। ਅੱਗੇ ਜਿਵੇਂ ਅਗਲਾ ਪ੍ਰਸੰਗ ਆਰੰਭ ਹੋਣ ਜਾ ਰਿਹਾ ਹੈ ਸਤਿਗੁਰੂ ਜੀ ਦੀ ਕਥਾ ਦਾ, ਆਓ ਆਪਾਂ ਉਹਨੂੰ ਸਰਵਣ ਕਰੀਏ। ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਿਵਾਓ ਸੀਸ। ਗੁਰੂ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ
ਕਰਨਾ ਗੁਰ ਜਾਚ ਸਦਾ ਸੁਖ ਦਾ। ਭਾਈ ਸੰਤੋਖ ਸਿੰਘ ਜੀ, ਜੋ ਗੁਰੂ ਦੀ ਮਿਹਰ ਹੈ, ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮੰਗਣ ਦੀ, ਇਹ ਮਨ ਨੂੰ, ਇਸ ਜੀਵ ਨੂੰ ਜਾਂ ਕਥਾ ਸੁਣਨ ਵਾਲੇ ਸਰੋਤੇ ਨੂੰ ਹੀ ਕਹਿ ਰਹੇ। ਕਹਿੰਦੇ ਆ ਕਰਨਾ ਗੁਰ ਜਾਚ ਸਦਾ ਸੁਖ ਦਾ, ਕਿ ਹੇ ਮਨ ਜਾਂ ਹੇ ਅੰਦਰਲੇ ਜੀਵ, ਤੂੰ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਕਰਨਾ ਮਿਹਰ ਹੈ, ਤਰਸ ਹੈ, ਦਇਆ, ਉਹਨੂੰ ਜਾਚ ਕਹੀਏ ਮੰਗ। ਕਿਉਂਕਿ ਤੂੰ ਹੋਰ ਕੁਝ ਬਹੁਤ ਮੰਗਦਾ, ਮਹਾਰਾਜ ਮੈਨੂੰ ਆ ਵੀ ਦੇ ਦਿਓ, ਆ ਵੀ ਦੇ ਦਿਓ, ਮੈਨੂੰ ਸਾਰੇ ਸੁੱਖ ਬਖਸ਼ ਦਿਓ, ਮੈਨੂੰ ਉੱਚੇ ਅਹੁਦੇ ਬਖਸ਼ ਦਿਓ, ਮੇਰੀ ਜੈ ਜੈਕਾਰ ਕਰ ਦਿਓ। ਇਵੇਂ ਤੂੰ ਮਨਾ ਹੇ ਅੰਦਰਲੇ ਜੀ ਬਹੁਤ ਕੁਝ ਮੰਗਦਾ ਹੈ। ਅਸੀਂ ਤੈਨੂੰ ਕਹਿੰਦੇ ਹੇ ਮਨਾ, ਹੇ ਅੰਦਰਲੇ ਜੀਵ ਆਤਮਾ, ਤੂੰ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਮੰਗ। ਜੇ ਤੂੰ ਕਹੇ ਕਿ ਮਿਹਰ ਮੰਗ ਕੇ ਕੀ ਮਿਲੂ, ਕੀ ਹੋਊਗਾ? ਅਸੀਂ ਕਹਿੰਦੇ ਹਾਂ ਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਮਿਹਰ ਹੈ, ਉਹ ਸਦਾ ਸੁਖਦਾਈ ਹੈ, ਸਦਾ ਸੁੱਖ ਦੇਣ ਵਾਲੀ ਹੈ, ਸੁਖ ਦਾਤੀ ਹੈ ਗੁਰੂ ਕੀ ਮਿਹਰ। ਮਨ ਕੇਰ ਬੇਕਾਰ ਕਰੋ ਹਰਨਾ। ਇਹ ਜੀਵ ਆਪਣੇ ਜਿਹੜੇ ਮਨ ਦੇ ਮੰਦੇ ਵਿਕਾਰ ਹੈ, ਮਾੜੇ ਫੁਰਨੇ ਹੈ, ਮਾੜੇ ਖਿਆਲ ਹੈ, ਵਿਸ਼ੇ ਵਿਕਾਰ ਹੈ, ਇਹ ਕਰੋ ਹਰਨਾ, ਇਹਦਾ ਵੀ ਨਾਸ ਕਰ। ਇਹਨਾਂ ਮਨ ਦੇ ਬੁਰੇ ਖਿਆਲਾਂ ਨੂੰ ਛੱਡ, ਮਨ ਦੇ ਭੈੜੇ ਵਿਕਾਰਾਂ ਨੂੰ ਛੱਡ, ਮਨ ਦੇ ਗੰਦੇ ਵਿਕਾਰਾਂ ਨੂੰ ਛੱਡ, ਫੁਰਨਿਆਂ ਖਿਆਲਾਂ ਨੂੰ ਛੱਡ। ਇਹ ਮਨ ਦੇ ਵਿਕਾਰ ਜਿਹੜੇ ਹੈ ਨਾ, ਇਹਨਾਂ ਨੂੰ ਤੂੰ ਨਾਸ ਕਰ ਅਤੇ ਗੁਰੂ ਦੀ ਮਿਹਰ ਮੰਗ, ਜੋ ਸਦਾ ਹੀ ਸੁਖਦਾਈ ਹੈ। ਮੇਰੇ ਮਨਾ, ਮੇਰੇ ਜੀਵ ਆਤਮਾ, ਹਰ ਨਾ ਭਜਨ ਭਾਵ ਕੋ ਕਰਤਾ। ਕਿਉਂਕਿ ਜਿਹੜਾ ਵਾਹਿਗੁਰੂ, ਵਾਹਿਗੁਰੂ ਗੁਰੂ ਦਾ ਦਿੱਤਾ ਹੋਇਆ ਗੁਰ ਮੰਤਰ ਹੈ, ਮੂਲ ਮੰਤਰ ਹੈ, ਗੁਰਬਾਣੀ ਅਭਿਆਸ, ਜਿਹੜਾ ਵਾਹਿਗੁਰੂ ਦਾ ਨਾਮ ਹੈ, ਇਹਦਾ ਜਿਹੜਾ ਭਜਨ ਨਹੀਂ ਨਾ ਕਰਨਾ, ਹਾਰਨਾ, ਨਾ ਦਾ ਅਰਥ ਵੀ ਨੂੰ, ਇਹ ਪਰਮੇਸ਼ਰ ਨੂੰ ਜਿਹੜਾ ਭਜਨਾ ਸਿਮਰਨਾ ਨਹੀਂ ਹੈ, ਭਾਵ ਕੋ ਕਰਦਾ, ਇਸ ਕਰਕੇ ਅਗਿਆਨ ਹੋ ਜਾਂਦਾ ਹੈ। ਅਤੇ ਜੋ ਅਗਿਆਨ ਉਹ ਭਾਵ ਸੰਸਾਰ ਨੂੰ ਸਤ ਕਰਕੇ ਪ੍ਰਤੀਤ ਕਰਕੇ ਦਿਖਾ ਦਿੰਦਾ ਹੈ। ਜੇ ਤੂੰ ਸਿਮਰਨ ਕਰੇ ਤਾਂ ਤੈਨੂੰ ਪ੍ਰਤੀਤ ਹੋਵੇ ਵੀ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਇਵੇਂ ਤੈਨੂੰ ਪ੍ਰਤੀਤ ਹੋਏਗਾ ਜੇ ਤੂੰ ਹਰ ਨਾ ਕਹੀਏ ਪਰਮੇਸ਼ਰ ਦਾ ਸਿਮਰਨ ਕਰੇਗਾ। ਤੇ ਜੇ ਤੂੰ ਸਿਮਰਨ ਨਹੀਂ ਕਰੇਗਾ, ਵਾਹਿਗੁਰੂ ਦਾ ਭਜਨ ਨਹੀਂ ਕਰੇਗਾ, ਭਾਵ ਕੋ ਕਰਤਾ, ਉਹ ਗਿਆਨ ਰਹੇਗਾ ਅੰਦਰ। ਅਗਿਆਨ ਇਸ ਸੰਸਾਰ ਨੂੰ ਸਤ ਕਰਕੇ, ਸਤ ਰੂਪੀ ਪ੍ਰਤੀਤ ਕਰਕੇ ਦਿਖਾਉਂਦਾ ਹੈ, ਦਿਖਾ ਦਿੰਦਾ ਹੈ। ਮਹਿਮਾ ਗੁਣ ਕਾ ਪਰਹੋ ਸਰਨਾ। ਇਵੇਂ ਸਤਿਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਮਹਿਮਾ ਹੈ। ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ, ਗੁਰ ਕੀ ਮਹਿਮਾ ਕਹੀ ਨਾ ਜਾਏ। ਜਿਹੜੀ ਗੁਰੂ ਮਹਾਰਾਜ ਦੀ ਮਹਿਮਾ ਹੈ, ਉਸ ਮਹਿਮਾ ਨੂੰ ਗੁਣ ਕੇ ਵਿਚਾਰ ਕੇ ਪਰਨੋ ਸ਼ਰਨਾ, ਗੁਰੂ ਨਾਨਕ ਸਾਹਿਬ ਦੀ ਸ਼ਰਨ ਪਿਆਰੈ ਮਨਾ ਮਨ ਰਹੇ, ਗੁਰ ਕੀ ਮਨ ਲੈ ਰਜਾਏ। ਮਨ ਮੇਰੇ ਗੁਰ ਸ਼ਰਨ ਆਵੇ ਤਾਂ ਨਿਰਮਲ ਹੋਏ। ਸ਼ਰਨਾ ਮਨ ਆਨ ਹੰਕਾਰ ਤਜੋ। ਇਹ ਜੀਵ ਆਪਣੇ ਮਨ ਨੂੰ ਤੂੰ ਸ਼ਰਨਾ, ਗੁਰੂ ਦੇ ਚਰਨਾਂ ਦੀ ਸ਼ਰਨਾ ਵਿੱਚ ਆਣ ਕਹੀਏ ਲਿਆ ਕੇ ਦੇ ਹੰਕਾਰ ਤਜੋ। ਹੰਕਾਰ ਨੂੰ ਛੱਡ, ਹਉਮੈ ਨੂੰ ਮਾਰ, ਆਪਣੀ ਮਨਮੁਖਤਾਈ ਨੂੰ ਮਾਰ, ਅਹੰ ਭਾਵ ਨੂੰ ਮਾਰ, ਹੰਕਾਰ ਨੂੰ ਛੱਡ ਅਤੇ ਮਨ ਆਪਣੇ ਨੂੰ ਸ਼ਰਨ ਵਿੱਚ ਗੁਰੂ ਦੀ ਲਿਆ। ਜੀਵ ਫਿਰ ਹੋਤ ਨਹੀਂ ਤਨ ਮੈਂ ਤਰਨਾ। ਕਿਉਂਕਿ ਇਹ ਜਿਹੜਾ ਹੈ ਨਾ, ਜੇ ਤੂੰ ਗੁਰੂ ਦੀ ਸ਼ਰਨ ਨਹੀਂ ਲਿਆਏਗਾ ਮਨ ਨੂੰ, ਅਤੇ ਇਹ ਤਨ ਮੈਂ ਸਰੀਰ ਵਿੱਚ ਮਨ ਤਰਨਾ ਕਹੀਏ ਚੰਚਲ ਹੀ ਰਹਿੰਦਾ, ਕਦੀ ਥਿਰ ਹੋਤ ਨਹੀਂ। ਇਹ ਟਿਕਦਾ ਨਹੀਂ ਹੈ, ਸਥਿਰ ਨਹੀਂ ਹੁੰਦਾ। ਇਹ ਮਨ ਟਿਕਾਓ ਵਿੱਚ ਨਹੀਂ ਆਉਂਦਾ। ਇਹ ਮਨ
ਕਬੀਰ ਇਹ ਮਨ ਪੰਖੀ ਭਇਓ ਉੱਡ ਉੱਡ ਦੈਸ ਸਜਾਏ। ਇਹ ਮਨੁਆ ਦੈ ਦਿਸ ਧਾਵਦਾ ਉਹ ਕੈਸੇ ਹਰ ਗੁਣ ਗਾਵੇ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਇਵੇਂ ਤਨ ਵਿੱਚ ਇਹ ਜਿਹੜਾ ਮਨ ਹੈ ਇਹ ਤਰਨਾ ਕਹੀਏ ਚੰਚਲ ਹੀ ਰਹਿੰਦਾ, ਇੱਕ ਥਿਰ ਹੋਤ ਨਹੀਂ, ਇਹ ਟਿਕਦਾ ਨਹੀਂ ਹੈ, ਟਿਕਾਓ ਵਿੱਚ ਨਹੀਂ ਆਉਂਦਾ ਹੈ। ਇਸ ਕਰਕੇ ਗੁਰੂ ਕੀ ਸ਼ਰਨ ਤੂੰ ਇਹਨੂੰ ਮਨ ਨੂੰ ਲਿਆ ਜੀਵ। ਜਾਂ ਕਹੀਏ ਕਿ ਤਨ ਮੈਂ ਤਰਨਾ, ਆ ਜਿਹੜੇ ਸਰੀਰ ਵਿੱਚ ਤਰਨਾ ਕਹੀਏ ਜਵਾਨੀ ਹੈ, ਕਦੀ ਥਿਰ ਹੁੰਦੀ ਨਹੀਂ, ਟਿਕੀ ਨਹੀਂ ਰਹਿੰਦੀ ਹੈ। ਉਹ ਜਿਵੇਂ ਦਿਨ ਚੜ੍ਹਦਾ ਹੈ, ਸੂਰਜ ਚੜ੍ਹੇ ਤੇ ਸੂਰਜ ਛਿਪੇ ਤੇ ਰਾਤ ਪੈ ਜਾਂਦੀ ਹੈ, ਇਸੇ ਤਰ੍ਹਾਂ ਜਵਾਨੀ ਦਾ ਹਾਲ ਹੈ। ਇਹ ਜਵਾਨੀ ਵੀ ਚੜ੍ਹਦੀ ਹੈ ਤੇ ਲੈ ਜਾਂਦੀ ਹੈ। ਬਚਪਨੇ ਨੂੰ ਜਵਾਨੀ ਨੇ ਖਾ ਲਿਆ ਤੇ ਜਵਾਨੀ ਨੂੰ ਬੁੱਢਪੁਣਾ ਖਾ ਲੈਂਦਾ ਹੈ। ਇਹ ਜਵਾਨੀ ਕਾਲੀ ਬੋਲੀ ਰਾਤ ਹੈ। ਜਿਵੇਂ ਕਾਲੀ ਬੋਲੀ ਰਾਤ ਵਿੱਚ ਚੋਰਾਂ ਦਾ ਬੜਾ ਜ਼ੋਰ ਪੈ ਜਾਂਦਾ, ਇਸੇ ਤਰ੍ਹਾਂ ਜਵਾਨੀ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਬੜਾ ਜ਼ੋਰ ਪੈ ਜਾਂਦਾ। ਇਸ ਕਰਕੇ ਇਹ ਮਨਾ, ਇਹ ਜਿਹੜੀ ਸਰੀਰ ਵਿੱਚ ਜਵਾਨੀ ਹੈ ਨਾ, ਕਦੀ ਥਿਰ ਹੋਤ ਨਹੀਂ ਹੈ, ਟਿਕਦੀ ਨਹੀਂ ਹੈ। ਇਸ ਕਰਕੇ ਤੂੰ ਇਹ ਜਵਾਨੀ ਦੇ ਵਿੱਚ ਚੱਕਰਾਂ 'ਚ ਨਾ ਪੈ ਕੇ ਜਿਹੋ ਜਿਹੀ ਜਵਾਨੀ ਮੈਨੂੰ ਆਈ ਇਹੋ ਜਿਹੀ ਕਿਸੇ ਨੂੰ ਨਹੀਂ ਆਈ ਹੈ। ਇਹ ਜਵਾਨੀ ਸਦਾ ਟਿਕਦੀ ਨਹੀਂ ਹੈ, ਸਥਿਤ ਨਹੀਂ ਹੁੰਦੀ ਹੈ। ਤਰਨਾ ਜਗ ਸਿੰਧ ਸੁਖਾਨ ਚਾਹੋ। ਜੇ ਤੂੰ ਜਗ ਸੰਸਾਰ ਸਿੰਧ ਕਹੀਏ ਸਮੁੰਦਰ, ਸੰਸਾਰ ਰੂਪੀ ਸਮੁੰਦਰ ਵਿੱਚੋਂ ਸੁਖੈਨ ਸੌਖਾ ਹੀ ਤਰਨਾ ਚਾਹੁੰਦਾ ਹੈ। ਕਹਿਣਾ ਲਖ ਬਾਦ ਗਹੁ ਕਰਨਾ। ਇਹ ਜਿਹੜਾ ਕਹਿਣਾ ਨਾ ਮੁੱਖੋਂ ਗੱਲਾਂ ਦੀਆਂ ਕਹਿਣੀਆਂ, ਇਹ ਜਾਣ ਲਾ ਵੀ ਬਾਦ ਵਿਅਰਥੀ ਹੈ। ਬਹੁਤਾ ਬੋਲਣ ਝੱਖਣ ਹੋਏ, ਇਹ ਕਹਿਣਾ ਕਹਾਉਣਾ ਜਿਹੜਾ ਇਹ ਵਿਅਰਥ ਜਾਣ ਲਾ। ਗਹੁ ਕਰਨਾ, ਕਰਨੀ ਨੂੰ ਗ੍ਰਹਿਣ ਕਰ। ਗੁਰੂ ਘਰ ਕਹਿਣ ਨੂੰ ਨਹੀਂ, ਗੁਰੂ ਘਰ ਗੁਰੂ ਦੀ ਸ਼ਰਨ ਵਿੱਚ ਕਰਨੀ ਨੂੰ ਸਲਾਮ ਹੈ। ਕਹਿਣ ਵਾਲੇ ਤੇ ਬਹੁਤ ਹੈ, ਜਾਂ ਜਿਹੜਾ ਕਹਿਣਾ ਨਾ ਕਿ ਹਾਂ ਮੈਂ ਸਮਝਦਾ ਹਾਂ ਮੈਨੂੰ ਪਤਾ ਹੈ, ਮੈਂ ਵੀ ਜਾਣਦਾ ਹਾਂ, ਇਹ ਕਹਿਣਾ ਵਿਅਰਥ ਜਾਣ। ਗਹੁ ਕਰਨਾ, ਗੁਰੂ ਦੀ ਕਿਰਪਾ ਨੂੰ ਗ੍ਰਹਿਣ ਕਰ। ਗਹੁ ਕਰਨਾ, ਗੁਰੂ ਦੀ ਮਿਹਰ ਨੂੰ ਗ੍ਰਹਿਣ ਕਰ। ਗਹੁ ਕਰਨਾ, ਕਰਨੀ ਨੂੰ ਗ੍ਰਹਿਣ ਕਰ। ਕਿਉਂਕਿ ਗੁਰੂ ਘਰ ਕਹਿਣ ਨੂੰ ਸਲਾਮ ਨਹੀਂ ਹੈ, ਕਰਨੀ ਨੂੰ ਸਲਾਮ ਹੈ। ਮਹਾਰਾਜ ਦੇ ਕਹਿੰਦੇ ਹੈ, ਕਹਿਣ ਕਹਾਵਣ ਇਹੋ ਕੀਰਤ ਕਰ ਲਾ। ਜਿਹੜਾ ਕਹਿਣਾ ਤੇ ਕਹਾਉਣਾ ਹੈ ਆਪਣੇ ਆਪ ਨੂੰ, ਇਹੋ ਕੀਰਤ, ਇਹ ਤੇ ਵਡਿਆਈ ਦਾ ਰਸਤਾ ਹੈ। ਵੀ ਹਾਂਜੀ ਜੀ ਪਤਾ ਜੀ, ਅੱਜ ਜਿਵੇਂ ਕਈ ਹੁੰਦੇ ਨਾ, ਉਹਨਾਂ ਨੇ ਗੁਰੂ ਕੀ ਸ਼ਰਨ ਨਹੀਂ ਗ੍ਰਹਿਣ ਕੀਤੀ ਹੁੰਦੀ, ਉਹ ਜੋ ਬੜੀਆਂ ਗੱਲਾਂ ਕਰਦੇ ਤੇ ਦੂਸਰੇ ਵੀ ਕਹਿ ਦਿੰਦੇ ਵੀ ਹਾਂ ਉਹਨੇ ਭਾਵੇਂ ਉਹ ਗੁਰੂ ਵਾਲਾ ਨਹੀਂ ਹੈ ਤੇ ਉਹ ਮੋਨਾ ਮਾਨਾ ਹੀ ਹੈ, ਪਰ ਨਾ ਉਹਨੂੰ ਗਿਆਨ ਬੜਾ ਹੈ, ਉਹਨੂੰ ਆਉਂਦਾ ਜਾਂਦਾ ਬਹੁਤ ਹੈ, ਇਤਿਹਾਸ ਉਹ ਬਹੁਤ ਜਾਣਦਾ ਉਹ। ਪਰ ਉਹ ਇਤਿਹਾਸ ਉਹ ਕੀ ਜਾਣਦਾ ਹੈ ਕਿ ਜਿਹੜੀ ਇਤਿਹਾਸ 'ਚ ਮੁੱਖ ਗੱਲ ਉਹ ਤਾਂ ਸਭ ਨੇ ਛੱਡੀ ਹੋਈ ਹੈ, ਅਗਲੀਆਂ ਗਲੀਆਂ ਫੜੀਆਂ ਹੋਈਆਂ। ਅਤੇ ਮਹਾਰਾਜ ਕਹਿੰਦੇ ਕਹਿਣ ਕਹਾਵਨ ਇਹੋ ਕੀਰਤ ਕਰ ਲਾ, ਕਥਨ ਕਹਿਣ ਤੇ ਮੁਗਤਾ ਗੁਰਮੁਖ ਕੋਈ ਵਿਰਲਾ। ਕਹਿਣ ਕਹਾਉਣ ਵਾਲੇ ਜਿਹੜੇ ਇਹੋ ਜਿਹੇ, ਉਹ ਤਾਂ ਆਪਣੀ ਵਡਿਆਈ ਦਾ ਨਾ ਰਸਤਾ ਫੜਿਆ ਹੋਇਆ, ਚਤਰਾਈਆਂ ਸਿਆਣਪਾਂ ਹੈ। ਅਤੇ ਜਿਹੜੇ ਗੁਰਮੁਖ ਕੋਈ ਇਹੋ ਜਿਹਾ ਕਰੋੜਾਂ 'ਚੋਂ ਵਿਰਲਾ ਹੀ ਹੈ ਜਿਹੜਾ ਕਥਨ ਕਹਿਣ ਤੋਂ ਮੁਕਤਾ, ਵੀ ਨਾ ਉਹ ਕੁਝ ਕਥਨ ਕਰਦਾ ਨਾ ਕੁਝ ਕਹਿੰਦਾ ਹੈ, ਵਡਿਆਈ ਨਹੀਂ ਚਾਹੁੰਦਾ, ਮਸਤੀ 'ਚ ਰਹਿੰਦਾ ਹੈ। ਅਤੇ ਕਵੀ ਸਾਹਿਬ ਜੀ ਵੀ ਇਹੀ ਕਹਿ ਰਿਹਾ ਅੰਦਰਲੇ ਜੀਵ ਨੂੰ, ਆਮ ਮਨ ਨੂੰ, ਕਿ ਮਨਾ ਹੈ ਜੀਵ, ਜਿਹੜਾ ਕਹਿਣਾ ਹੈ ਨਾ, ਕਹਿਣੀ ਗੁਰੂ ਘਰ ਨੂੰ ਸਲਾਮ ਨਹੀਂ ਹੈ। ਕਹਿਣੀ ਦਾ ਕੋਈ ਮਤਲਬ ਨਹੀਂ ਗੁਰੂ ਘਰ। ਕਹਿਣਾ ਜਿਹੜਾ ਇਹਨੂੰ ਜਾਣ ਲਾ ਵਿਅਰਥੀ ਹੈ। ਬਹੁਤਾ ਬੋਲਣ ਝੱਖਣ ਹੋਏ, ਝੱਖਣ ਹੀ ਹੈ ਬਹੁਤਾ ਬੋਲਣਾ। ਗਹੁ ਕਰਨਾ, ਬਸ ਜਿਹੜੀ ਕਰਨੀ ਹੈ ਨਾ ਗੁਰੂ ਘਰ, ਸੇਵਾ ਕਰਨੀ, ਭਗਤੀ ਕਰਨੀ, ਜਾਂ ਆਪਣੇ ਆਪ ਨੂੰ ਸਵਾਰਨਾ ਗੁਰੂ ਦੀ ਮਿਹਰ ਨਾਲ, ਇਹ ਗ੍ਰਹਿਣ ਕਰ ਲਾ। ਗੁਰੂ ਦੀ ਭਗਤੀ ਸ਼ੁਰੂ ਕਰ ਦੇ, ਇਸ ਕਰਨੀ ਨੂੰ ਗ੍ਰਹਿਣ ਕਰ ਲਾ, ਤਾਂ ਗੁਰੂ ਤੇਰੇ 'ਤੇ ਤਰੁੱਠ ਪੈਣਗੇ, ਤਾਂ ਗੁਰੂ ਤੇਰੇ 'ਤੇ ਪ੍ਰਸੰਨ ਹੋ ਜਾਣਗੇ, ਤਾਂ ਗੁਰੂ ਕੀ ਮਿਹਰ ਹੋ ਜਾਏਗੀ। ਇਸੇ ਤਰ੍ਹਾਂ ਇਹ ਮਨ ਅਤੇ ਜੀਵ 'ਤੇ ਅਰਥ ਹੈ।
ਅਤੇ ਦੂਸਰਾ ਅਰਥ ਇਸੇ ਤਰ੍ਹਾਂ ਵੀ ਜੋ ਕਥਾ ਸੁਣਨ ਵਾਲਾ ਸਰੋਤਾ ਉਹਨੂੰ ਇਹ ਸਿੱਖਿਆ ਹੈ ਕਿ ਠੀਕ ਹੈ ਭਾਈ, ਤੂੰ ਕਥਾ ਤਾਂ ਸੁਣਦਾ ਹੈ, ਪਰ ਕਥਾ ਸੁਣਨ ਦੇ ਨਾਲ ਗੁਰ ਕਰਨਾ ਗੁਰ ਜਾਚ ਸਦਾ ਸੁਖ ਦਾ। ਗੁਰੂ ਦੀ ਜਿਹੜੀ ਨਾ, ਗੁਰੂ ਨਾਨਕ ਸਾਹਿਬ ਦੀ ਮਿਹਰ ਵੀ ਮੰਗ। ਸੱਚਾ ਪਾਤਸ਼ਾਹ ਮੇਰੇ 'ਤੇ ਮਿਹਰ ਕਰੋ, ਮੈਨੂੰ ਆਪਣੇ ਚਰਨਾਂ ਨਾਲ ਲਾਓ, ਮੈਂ ਮਹਾਰਾਜ ਤੁਹਾਡੇ ਨਾਮ ਦਾ ਰਸੀਆ ਬਣਾ, ਮੈਂ ਤੁਹਾਡੀ ਸੇਵਾ ਨਾਲ ਜੁੜਾਂ, ਮੈਂ ਨਿਤਨੇਮੀ ਹੋਵਾਂ ਮਹਾਰਾਜ, ਮੈਂ ਤੁਹਾਡੀ ਸੇਵਾ ਕਰਾਂ, ਸੇਵਾ 'ਚ ਕਦੇ ਫਰਕ ਨਾ ਪੈਣ ਦਿਆਂ। ਇਹ ਗੁਰੂ ਦੀ ਮਿਹਰ ਵੀ ਮੰਗ, ਇਹ ਬੜੀ ਸੁਖਦਾਈ ਹੈ। ਮਨ ਦੇ ਵਿਕਾਰ ਇਹਨਾਂ ਨੂੰ ਨਾਸ ਕਰ ਗੁਰੂ ਦੀ ਮਿਹਰ ਨਾਲ। ਹਰ ਨਾ ਭਜਨਾ, ਕਿਉਂਕਿ ਸਰੋਤੇ ਕਥਾ ਸੁਣਨ ਵਾਲੇ ਗੁਰਸਿੱਖ ਭਾਈ, ਜੇ ਤੂੰ ਪਰਮੇਸ਼ਰ ਦੀ ਬੰਦਗੀ ਨਹੀਂ ਕਰੇਗਾ, ਕਥਾ ਸੁਣ ਲੇਗਾ, ਸੁਣ ਕੇ ਘੰਟਾ ਫਿਰ ਸਿਮਰਨ ਨਹੀਂ ਕਰੇਗਾ ਅਤੇ ਭਵ ਕੋ ਕਰਤਾ, ਇਹ ਸੰਸਾਰ ਸਦਾ ਹੀ ਤੈਨੂੰ ਸੱਤ ਹੀ ਪ੍ਰਤੀਤ ਕਰਕੇ ਦਿਖਦਾ ਰਹੇਗਾ। ਇਹਨੂੰ ਤੂੰ ਛੱਡੇਗਾ ਨਹੀਂ। ਅਤੇ ਮਹਾਰਾਜ ਦੇ ਚਰਨਾਂ ਦੀ, ਗੁਰੂ ਨਾਨਕ ਸਾਹਿਬ ਦੀ ਮਹਿਮਾ ਗੁਣ ਕੇ ਵਿਚਾਰ ਕੇ ਚੰਗੀ ਤਰ੍ਹਾਂ ਸ਼ਰਣੀ ਪਿਆਰੇ ਮਹਾਰਾਜ ਜੀ ਦੀ। ਕਿਉਂਕਿ ਕਈ ਕਥਾ ਸੁਣਦੇ ਹੁੰਦੇ ਆ, ਇੱਥੇ ਵੀ ਉਹ ਕਥਾ ਸੁਣਦੇ ਆ, ਪਰ ਵੀਰਵਾਰ, ਮੰਗਲਵਾਰ, ਸ਼ਨੀਵਾਰ ਉਹ ਕੋਈ ਨਹੀਂ ਛੱਡਦੇ। ਇਵੇਂ ਤੂੰ ਪਰ ਹੋ ਸ਼ਰਣਾ, ਗੁਰੂ ਦੀ ਸ਼ਰਣੀ ਪੈ। ਸਗਲ ਦੁਆਰ ਕੋ ਛੱਡ ਕੇ ਗਇਓ ਤੁਹਾਰੋ ਦੁਆਰ, ਵਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਰਨ ਪਰੇ ਕੀ ਰਾਖ ਦਿਆਲਾ, ਇਹ ਬੇਨਤੀ ਕਰ। ਇਹੀ ਮਹਾਰਾਜ ਨੂੰ ਕਹਿ, ਮਹਾਰਾਜ ਮੈਂ ਤੁਹਾਡੀ ਸ਼ਰਨ ਹਾਂ, ਮੇਰੇ 'ਤੇ ਕਿਰਪਾ ਕਰੋ। ਗੁਰੂ ਦੀ ਸ਼ਰਨ ਪਿਆਰ ਹੈ। ਅਤੇ ਆਪਣਾ ਜਿਹੜਾ ਮਨ ਇਹ ਸੁੱਖ ਵਾਸਤੇ ਕਦੀ ਕਿਸੇ ਦੇ ਦੁਆਰੇ 'ਤੇ, ਕਦੀ ਕਿਸੇ ਦੇ ਦੁਆਰੇ 'ਤੇ ਜਾਂਦਾ ਹੈ, ਇਹ ਮਨ ਨੂੰ ਗੁਰੂ ਦੀ ਸ਼ਰਨ ਵਿੱਚ ਲਿਆ। ਹੰਕਾਰ ਤਜੋ, ਹੰਕਾਰ ਨੂੰ ਛੱਡ। ਇਹ ਨਾ ਕਹਿ ਮੈਂ ਬੜਾ ਸਿੱਖ ਹਾਂ, ਮੈਂ ਤਾਂ ਗੁਰੂ ਨੂੰ ਬੜਾ ਮੰਨਦਾ। ਅਤੇ ਉਹ ਐਵੇਂ ਵਿਚਾਰੇ ਕਈ ਵੀ ਜਾਂਦੇ ਮੈਂ ਬੜਾ ਮੰਨਦਾ। ਫਿਰ ਉਹਨੂੰ ਕਹਿੰਦੇ ਵੀ ਤੂੰ ਉੱਥੇ ਕਿਉਂ ਜਾਂਦਾ? ਉਹ ਕਹਿੰਦਾ ਮਹਾਰਾਜ ਨੇ ਕਿਹਾ ਜੇ ਦੁੱਖ ਸੁੱਖ ਹੋਵੇ ਤਾਂ ਸਾਰੇ ਥਾਂ ਚੱਲ ਜਾਣਾ ਚਾਹੀਦਾ, ਦੁੱਖ ਨੂੰ ਕਿੱਥੇ ਨਹੀਂ ਜਾਣਾ ਚਾਹੀਦਾ ਭਲਾ। ਐਵੇਂ ਉਹ ਕਰਕੇ ਅਤੇ ਜਿਹੜਾ ਹੰਕਾਰ ਜਿਹਾ ਜਣਾ ਕੇ ਆਪਣੀ ਸਿਆਣਪ ਜਣਾ ਦਿੰਦੇ, ਇਹ ਹੰਕਾਰ ਵੀ ਛੱਡ। ਥਿਰ ਹੋਤ ਨਹੀਂ ਤਨ ਮੈਂ ਤਰਨਾ, ਇਹ ਤੂੰ ਕਹਿੰਦਾ ਵੀ ਮੈਂ ਰੋਗੀ ਨਾ ਹੋਵਾਂ, ਜਵਾਨ ਰਵਾਂ। ਅਤੇ ਇਹ ਸਦਾ ਹੈ ਜਿਹੜੇ ਵੀ ਜਵਾਨ ਸਰੀਰ ਵਿੱਚ ਜਵਾਨੀ ਤਾਂ ਰਹਿਣੀ ਨਹੀਂ ਹੈ, ਸਰੀਰ ਨੇ ਤਾਂ ਹੁਣ ਢਲਣਾ ਵੀ ਹੈ, ਦੁਖੀ ਵੀ ਹੋਣਾ ਹੈ, ਸਭ ਕੁਝ ਇਹਨੂੰ ਹੋਣਾ ਹੈ। ਤਨ ਮੈਂ ਤਰਨਾ, ਇਹ ਜਿਹੜੇ ਤੇਰੇ ਸਰੀਰ ਵਿੱਚ ਤਰਨਾ, ਮਨ ਚੰਚਲ ਹੈ ਨਾ, ਇਹ ਕਦੀ ਟਿਕਦਾ ਨਹੀਂ ਹੈ। ਇਹਨੂੰ ਗੁਰੂ ਦੀ ਸ਼ਰਨ ਪਾ ਦੇ, ਇੱਥੇ ਟਿਕਾ ਲਿਆ ਕੇ। ਤਰਨਾ ਜਗ ਸਿੰਧ ਸੁਖੈਨ ਚਾਹੋ, ਜੇ ਤੂੰ ਸੰਸਾਰ ਸਮੁੰਦਰ ਤੋਂ ਬੜਾ ਸੌਖਾ ਤਰਨਾ ਚਾਹੁੰਦਾ, ਕਥਾ ਸੁਣਨ ਵਾਲੇ ਸਰੋਤੇ ਭਾਈ ਪਿਆਰੇ ਗੁਰਸਿੱਖ, ਅਤੇ ਕਹਿਣਾ ਲਖਬਾਜ, ਜਿਹੜਾ ਕਹਿਣਾ ਮੁੱਖੋਂ ਮੈਂ ਗੁਰੂ ਕਾ ਸਿੱਖ ਹਾਂ, ਮੈਂ ਭਗਤ ਹਾਂ, ਮੈਂ ਗੁਰੂ ਨੂੰ ਬੜਾ ਮੰਨਦਾ, ਅਤੇ ਮੈਂ ਵੀ ਗੁਰੂ ਨੇ ਬੜਾ ਮਰ ਜਾਨਾ ਹਾਂ, ਇਹ ਕਹਿਣੀ ਇਹ ਵਿਅਰਥ ਹੈ। ਇਹਨੂੰ ਵਿਅਰਥ ਜਾਣ ਕੇ ਛੱਡ ਦੇ। ਗਹੁ ਕਰਨਾ, ਇੱਕ ਕਰਨੀ ਨੂੰ ਗ੍ਰਹਿਣ ਕਰ। ਨਿਤਨੇਮੀ ਹੋ, ਗੁਰੂ ਕਾ ਸਤਸੰਗੀ ਬਣ, ਗੁਰੂ ਦੀ ਸ਼ਰਨ ਛੱਡ ਕੇ ਹੋਰ ਕੋਈ ਸ਼ਰਨ ਨਾ ਗ੍ਰਹਿਣ ਕਰ। ਗਹੁ ਕਰਨਾ, ਕਰਨੀ ਨੂੰ ਗ੍ਰਹਿਣ ਕਰ ਭਾਈ ਪਿਆਰੇ, ਤਾਂ ਤੂੰ ਸਫਲ ਹੋ ਜਾਏਗਾ ਮਨਾ। ਹੇ ਜੀਵ, ਹੇ ਕਥਾ ਸੁਣਨ ਵਾਲੇ ਸਰੋਤੇ ਭਾਈ ਪਿਆਰੇ। ਦੋਹਰਾ ਸ੍ਰੀ ਗੁਰ ਦਰਸ਼ਨ ਦੇਵਹੀ। ਇੱਧਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧਰਮਸ਼ਾਲਾ ਵਿੱਚ ਸੱਜੇ ਧਜੇ ਹਨ, ਸੋਹਣੇ ਆਸਨਾਂ 'ਤੇ ਬੜੇ ਮਹਾਨ ਦਰਸ਼ਨ ਦੇ ਰਹੇ ਸਨ। ਸ਼ਾਂਤ ਰੂਪ ਘਨ ਗਿਆਨ, ਜੋ ਗੁਰੂ ਸਾਹਿਬ ਜੀ ਘਨ ਕਹੀਏ ਇੱਕ ਰਸ ਗਿਆਨ ਸਰੂਪ ਹੈ ਅਤੇ ਸ਼ਾਂਤ ਸਰੂਪ ਹਨ ਮਹਾਰਾਜ ਜੀ। ਗੁਰੂ ਨਾਨਕ ਸਾਹਿਬ ਜੀ ਵਰਗਾ ਕੋਈ ਸ਼ਾਂਤ ਸਰੂਪ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤਾਂ ਨਾਮ ਹੀ ਐਸਾ ਸਾਧ ਸੰਗਤ ਜੀ, ਸੱਚਮੁੱਚ ਹੀ ਜੇ ਤੁਸੀਂ ਦਿਲੋਂ ਲਾਗੇ ਤਾਂ ਸ਼ਾਂਤੀ ਆਪਣੇ ਆਪ ਹੀ ਵਰਤ ਜਾਏਗੀ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਸਾਰੇ ਆਸਰੇ ਬਣ ਜਾਂਦੇ ਉਸ ਵੇਲੇ ਨਾਮ ਲਿਆ। ਤਿਹ ਛਿਨ ਆਏ ਸਧਾਰਨਾ, ਉਸ ਸਮੇਂ ਜੋ ਗੁਰੂ ਕਾ ਸਿੱਖ ਭਾਈ ਸਧਾਰਨ, ਜੋ ਮਹਾਰਾਜ ਜੀ ਦੀ ਸਾਰੀ ਸੇਵਾ ਕਰਦਾ ਸੀ, ਉਹ ਆਇਆ ਹੈ। ਬੋਲਿਓ ਬੰਦੇ ਪਾਨ, ਦੋਵੇਂ ਹੱਥ ਜੋੜ ਕੇ
ਗੁਰੂ ਚਰਨਾਂ ਵਿੱਚ ਆਏ ਨਿਮਾਣਾ ਹੋ ਕੇ ਗਰਦਨ ਆਪਣੀ ਨੀਵੀਂ ਕੀਤੀ ਹੋਈ, ਸੀਸ ਝੁਕਾਇਆ ਹੋਇਆ, ਹੱਥ ਜੋੜੇ ਹੋਏ ਹੈ। ਬੜੀ ਨਿਮਰਤਾ ਵਿੱਚ ਭਾਈ ਸੁਧਾਰਨ ਬੋਲੇ ਹੈ। ਚੌਪਈ ਚੰਦਨ ਮ੍ਰਿਗ ਮਦ ਸਗਲ ਕਸਾਏ। ਸੱਚਾ ਪਾਤਸ਼ਾਹ ਜੋ ਚੰਦਨ ਹੈ, ਮ੍ਰਿਗ ਮਦ ਕਸਤੂਰੀ ਹੈ, ਸਾਰੇ ਗੁਰੂ ਮਹਾਰਾਜ ਆਪ ਜੀ ਦੀ ਆਗਿਆ ਨਾਲ ਘਸਾ ਦਿੱਤੇ ਹੈ। ਭਲੀ ਭਾਂਤ ਘਰ ਕੋ ਛਿੜਕਾਏ। ਜੋ ਆਪ ਜੀ ਨੇ ਮਹਿਲਾਂ ਵਿੱਚ ਛਿੜਕਣ ਲਈ ਚੰਦਨ ਕਸਤੂਰੀ ਆਦਿਕ ਸੁਗੰਧੀਆਂ ਕਹੀਆਂ ਸੀ, ਮੈਂ ਚੰਗੀ ਤਰ੍ਹਾਂ ਮਹਾਰਾਜ ਸਾਰੇ ਘਰ ਵਿੱਚ ਛਿੜਕਾ ਦਿੱਤੇ ਹੈ। ਸਗਰੋ ਅਜਰ ਸੋ ਲੀਪ ਬਨਾਇਓ। ਸਾਰਾ ਜਿਹੜਾ ਘਰ ਦਾ ਵਿਹੜਾ ਹੈ ਉਹ ਵੀ ਚੰਗੀ ਤਰ੍ਹਾਂ ਲੇਪਣ ਪੋਚਣ ਕਰਕੇ ਬਣਾ ਸਵਾਰ ਦਿੱਤਾ ਜੀ ਮਹਾਰਾਜ। ਸਭ ਸੁਗੰਧ ਨੀਕੇ ਮਹਿਕਾਇਓ। ਸਾਰੀਆਂ ਜਿਹੜੀਆਂ ਸੁਗੰਧੀਆਂ ਬੜੀ ਚੰਗੀ ਤਰ੍ਹਾਂ ਹੀ ਮਹਾਰਾਜ ਉਹ ਛਿੜਕਾ ਦਿੱਤੀਆਂ। ਘਰ ਦੇ ਵਿਹੜੇ ਵਿੱਚ, ਸਾਰੇ ਮਹਿਲਾਂ ਵਿੱਚ ਹੀ ਮਹਿਕਾ ਦਿੱਤਾ ਸਾਰਾ ਵਿਹੜਾ ਹੀ। ਰਾਵਰ ਕੀ ਰਜਾਏ ਜਿਹ ਥਾਈ। ਜਿਸ ਥਾਂ ਆਪ ਜੀ ਦੀ ਆਗਿਆ ਸੀ ਮਹਾਰਾਜ, ਤਹਾਂ ਮਿਰਦਲ ਬਹੁ ਕੁਸ਼ਾ ਡਸਾਈ। ਉੱਥੇ ਬਹੁਤ ਜਿਹੜੀ ਕੋਮਲ ਹੈ, ਕੁਸ਼ਾ ਦੱਬ ਹਰੀ ਹਰੀ ਹੈ, ਨਰਮ, ਉਹ ਮਹਾਰਾਜ ਵਿਛਾ ਦਿੱਤੀ ਹੈ। ਅਸ ਕਹਤਿਓ ਗਦ ਗਦ ਭੀ ਬਾਣੀ। ਇਸ ਤਰ੍ਹਾਂ ਕਹਿੰਦੇ ਭਾਈ ਸੁਧਾਰਨ ਦੀ ਜਿਹੜੀ ਬਾਣੀ ਹੈ, ਬਚਨੋਂ ਗਦ ਗਦ ਹੋ ਗਿਆ ਹੈ, ਕੰਠਰ ਹੋ ਗਿਆ ਹੈ, ਵਿਰਾਗ ਨਾਲ ਗਲਾ ਜਾ ਭਰ ਆਇਆ ਹੈ। ਲੋਚਨ ਤੇ ਜਲ ਧਾਰ ਚਲਾਨੀ। ਨੇਤਰਾਂ ਵਿੱਚੋਂ ਜਲ ਦੀਆਂ ਧਾਰਾਂ ਵਿਰਾਗ ਕਰਕੇ ਚੱਲ ਕੇ ਬਾਹਰ ਆ ਗਈਆਂ। ਐਵੇਂ ਵਿਰਾਗ ਕਰਕੇ ਅਥਰੂ ਡਿੱਗਣ ਲੱਗ ਪਏ ਭਾਈ ਸੁਧਾਰਨ ਦੇ। ਕਿਤਕ ਸਿੱਖ ਤਬ ਠਾਂਡੇ ਦਰਸ਼ਨ। ਕਿੰਨੇ ਕੁ ਸਿੱਖ ਜਿਹੜੇ ਤਦੋਂ ਖੜੋਤੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਸਨ। ਬੈਠੇ ਕੇਤਕ ਦਰਸ਼ਨ ਪਰਸਾ। ਕਿਤਨੇ ਸਿੱਖ ਬੈਠੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪਰਸ ਰਹੇ ਹੈ, ਕਰ ਰਹੇ ਹੈ। ਸੁਣ ਕਾ ਸਭ ਹਿਨ ਕਰਨਾ ਠਾਨੀ। ਸੁਣ ਕੇ ਭਾਈ ਸੁਧਾਰਨ ਤੋਂ ਵੀ ਮਹਾਰਾਜ ਸਾਰੀ ਤਿਆਰੀ ਹੋ ਗਈ ਹੈ। ਸਾਰੇ ਗੁਰੂ ਕੇ ਸਿੱਖਾਂ ਨੇ ਬੜਾ ਵਿਰਾਗ ਜਿਹਾ ਧਾਰਨ ਕਰ ਲਿਆ। ਸਭ ਦੇ ਨੇਤਰਾਂ ਵਿੱਚ ਜਲ ਭਰ ਆਇਆ ਹੈ। ਛੁਟਤ ਭਇਓ ਦ੍ਰਿਗ ਤੇ ਬਹੁ ਪਾਣੀ। ਨੇਤਰਾਂ ਵਿੱਚੋਂ ਬਹੁਤ ਜਿਹੜਾ ਜਲ ਦੀਆਂ ਧਾਰਾਂ ਛੁੱਟ ਪਈਆਂ। ਬਹੁਤ ਜਿਹੜੇ ਨਾ ਅਥਰੂ ਸਾਧ ਸੰਗਤ ਜੀ ਕਿਰਦੇ ਹੈ ਮਹਾਰਾਜ ਜੀ ਦੀ ਜੋਤੀ ਜੋ ਸਮਾਉਂਦੇ ਵਿਰਾਗ ਵਿੱਚ ਆ ਕੇ। ਜਨ ਕਰਨਾ ਰਸ ਬਹੁਤ ਸਰੀਰਾ। ਮਾਨੋ ਜਿਹੜਾ ਕਰਨਾ ਰਸ ਉਸਨੇ ਬਹੁਤ ਸਰੀਰ। ਧਰੇ ਬਸੂਰਤ ਹੋਏ ਅਧੀਰਾ। ਕਰਨਾ ਰਸ ਜਿਹੜਾ ਤਰਸ ਹੈ ਨਾ, ਤਰਸ ਨੇ ਮਾਨੋ ਬਹੁਤ ਸਰੀਰ ਧਾਰ ਲਏ ਸਿੱਖਾਂ ਦੇ। ਤੇ ਧੀਰਜਤਾ ਤੋਂ ਰਹਿਤ ਹੋ ਕੇ, ਹੌਸਲੇ ਤੋਂ ਰਹਿਤ ਹੋ ਕੇ ਬੜਾ ਝੂਰਦਾ ਹੈ। ਗੁਰੂ ਗਿਆਨ ਘਨ ਪਿਖ ਸਭ ਤਾਈ। ਇੱਧਰ ਗੁਰੂ ਮਹਾਰਾਜ ਗਿਆਨ ਵਿੱਚ ਅਖੰਡ ਸਰੂਪ, ਇੱਕ ਰਸ ਗਿਆਨ ਵਿੱਚ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਵਿਰਾਗ ਕਰਦਿਆਂ ਵੇਖ ਕੇ ਸੰਗਤ ਦੇ ਤਾਈ। ਸ੍ਰੀ ਮੁਖ ਤੇ ਨਿਦ ਗਿਰਾ ਅਲਾਈ। ਸੋਭਾ ਵਾਲੇ ਮੁਖ ਤੋਂ ਬੜੀ ਮਿੱਠੀ ਪਿਆਰੀ ਕੋਮਲ ਬਾਣੀ ਕਹੀ ਸਭ ਸਿੱਖਾਂ ਨੂੰ। ਤਨ ਸਨੇਹ ਸਭ ਝੂਠੋ ਜਾਨਹਾ। ਮਹਾਰਾਜ ਜਿਹੜੀ ਸੰਸਾਰ ਦੀ ਨਾਸਮਾਨਤਾ ਵੀ ਸੰਸਾਰ ਝੂਠਾ ਹੈ, ਇਹ ਬਿਨਸ ਜਾਣ ਵਾਲਾ ਹੈ, ਇਹ ਖਤਮ ਹੋ ਜਾਣ ਵਾਲਾ ਹੈ। ਜਗ ਰਚਨਾ ਸਭ ਝੂਠ ਹੈ, ਇਹ ਖੰਡ ਬ੍ਰਹਿਮੰਡ ਨਾਸ ਹੋ ਜਾਣ ਵਾਲੇ। ਗੁਰੂ ਮਹਾਰਾਜ ਦੱਸ ਰਹੇ, ਗਿਆਨਮਈ ਉਪਦੇਸ਼ ਦੇ ਰਹੇ ਹੈ। ਕਹਿਣ ਲੱਗੇ ਸਿੱਖੋ, ਆ ਜਿਹੜਾ ਸਰੀਰ ਦਾ ਸਨੇਹ ਹੈ, ਮੋਹ ਹੈ ਕਿ ਮਹਾਰਾਜ ਜੀ ਜੋਤੀ ਜੋ ਸਮਾ ਜਾਣੇ ਹੈ ਅੱਜ, ਅਤੇ ਤੁਸੀਂ ਮੋਹ ਵਿੱਚ ਆ ਕੇ ਵੀ ਕਿਉਂ ਐਵੇਂ ਵਿਰਾਗ ਕਰਦੇ ਹੋ। ਇਹ ਸਰੀਰ ਨਾਲ ਜਿਹੜਾ ਮੋਹ ਕਰਨਾ ਸਭ ਝੂਠਾ ਹੀ ਜਾਣੋ, ਝੂਠਾ ਮੂਠਾ ਹੀ ਹੈ ਸਰੀਰ ਦਾ ਮੋਹ ਪ੍ਰੇਮ ਕਰਨਾ। ਕਿਉਂ ਬਿਖਾਦ ਏ ਤੋ ਮਨ ਠਾਨਹਾ। ਕਿਉਂ ਤੁਸੀਂ ਜਿਹੜਾ ਹੈ ਇੰਨਾ ਵਿਖਾਦ ਮਨ ਵਿੱਚ, ਵਿਖਾਦ ਕਹੀਏ ਦੁੱਖ ਮਨ ਵਿੱਚ ਕਰ ਰਹੇ ਹੋ ਕਿ ਸੱਚੇ ਪਾਤਸ਼ਾਹ ਜੀ ਜੋਤੀ ਜੋ ਸਮਾ ਜਾਣਗੇ, ਅਸੀਂ ਕਿਹਨਾਂ ਦਾ ਦਰਸ਼ਨ ਕਰਾਂਗੇ।
ਇਹ ਸਾਰਾ ਜਿਹੜਾ ਸਰੀਰ ਦਾ ਮੋਹ ਹੈ, ਸਿੱਖੋ ਸਭ ਝੂਠਾ ਮੂਠਾ ਹੀ ਜਾਣੋ ਸਮਝੋ। ਦੇਹ ਮਿਲਨ ਬਿਸ਼ਰਨ ਇਸ ਭਾਂਤੀ, ਕਿਉਂਕਿ ਇਸ ਤਰ੍ਹਾਂ ਨਾਲ ਜਿਹੜਾ ਵਿਛੜਨਾ ਹੈ, ਦੇਹ ਦਾ ਮਿਲਣਾ ਹੈ, ਦੇਹ ਦਾ ਮਿਲਣਾ, ਦੇਹ ਦਾ ਵਿਛੜਨਾ ਤੇ ਇਸੇ ਤਰ੍ਹਾਂ ਦਾ ਹੀ ਹੈ। ਹੋਤ ਦਿਵਸ ਪੁਨ ਆਵਹਿ ਰਾਤੀ, ਜਿਸ ਤਰ੍ਹਾਂ ਸੂਰਜ ਚੜ੍ਹੇ ਤੇ ਦਿਨ ਆਉਂਦਾ ਹੈ, ਦਿਨ ਹੋ ਆਉਂਦਾ ਹੈ, ਤੇ ਸੂਰਜ ਛਿਪੇ ਤੇ ਰਾਤ ਹੋ ਆਉਂਦੀ ਹੈ। ਜੇ ਨਰ ਮਿਲੇ ਸ਼ਬਦ ਕੇ ਸੰਗਾ, ਜਿਹੜੇ ਗੁਰੂ ਕੇ ਸਿੱਖ ਜਨ ਪੁਰਸ਼ ਭਾਈ ਪਿਆਰੇ ਮਿਲੇ ਹੈ ਗੁਰੂ ਕੇ ਸ਼ਬਦ ਦੇ ਨਾਲ, ਜੋ ਗੁਰੂ ਨੇ ਮੰਤਰ ਦਿੱਤਾ, ਵਾਹਿਗੁਰੂ ਮੂਲ ਮੰਤਰ ਗੁਰਬਾਣੀ ਦੇ ਸ਼ਬਦ, ਜਿਹੜੇ ਸ਼ਬਦ ਦੇ ਨਾਲ ਮਿਲੇ ਹੋਏ ਹੈ, ਰਹੇ ਸਦੀਵ ਰਾਜ ਤਿਹ ਰੰਗਾ, ਉਹ ਉਸ ਸ਼ਬਦ ਦੇ ਨਾਲ ਹਮੇਸ਼ਾ ਰੰਗੇ ਰਹਿੰਦੇ ਹੈ। ਉਹ ਸ਼ਬਦ ਨਾਲ ਰੰਗੇ ਰਹਿੰਦੇ ਹੈ। ਉਹ ਇਸ ਗੱਲ ਨੂੰ ਜਾਣ ਕੇ ਉਹ ਗਿਆਨੀ ਪੁਰਸ਼ ਹੈ ਵੀ ਇਹ ਜਿਹੜੇ ਮੈਂ ਸ਼ਬਦ ਪੜ੍ਹ ਰਿਹਾ, ਜਿਹੜਾ ਮੈਂ ਮੰਤਰ ਜਪ ਰਿਹਾ, ਇਹ ਮੈਨੂੰ ਮਹਾਰਾਜ ਜੀ ਦਾ ਦਿੱਤਾ ਹੋਇਆ ਮੰਤਰ ਹੈ। ਅਤੇ ਸ਼ਬਦ ਕਦੀ ਮਰਦਾ ਨਹੀਂ ਹੈ, ਸ਼ਬਦ ਕਦੀ ਨਾਸ ਨਹੀਂ ਹੁੰਦਾ। ਗੱਲਾਂ ਹਮੇਸ਼ਾ ਸਾਧ ਸੰਗਤ ਜੀ ਸਾਨੂੰ ਬੰਦੇ ਦੀ ਚੇਤੇ ਰਹਿ ਜਾਂਦੀ ਆ, ਬੰਦਾ ਭਾਵੇਂ ਚਲਿਆ ਜਾਏ। ਇਸੇ ਤਰ੍ਹਾਂ ਗੁਰੂ ਕਾ ਦਿੱਤਾ ਹੋਇਆ ਸ਼ਬਦ ਮੰਤਰ ਜਿਹੜੇ ਗੁਰੂ ਕੇ ਸਿੱਖ ਯਾਦ ਰੱਖਦੇ ਆ, ਹਮੇਸ਼ਾ ਉਹਦੇ ਵਿੱਚ ਰੰਗੇ ਰਹਿੰਦੇ ਹਨ। ਤੇ ਨਹ ਬਿਸ਼ਰਹ ਬਹੁਰ ਕਦਾਈ, ਉਹ ਫਿਰ ਕਦੀ ਨਹੀਂ ਵਿਛੜਦੇ। ਉਹ ਜਿਹੜੇ ਅੰਤਰਾਤਮਾ ਜੋ ਮਿਲਿਆ ਕਹੀਆ ਸੋਏ, ਜਿਹੜੇ ਅੰਦਰੋਂ ਮਿਲੇ ਹੋਏ ਉਹ ਕਦੀ ਨਹੀਂ ਵਿਛੜਦੇ। ਜਿਉ ਨੀਰਹ ਮੈਂ ਨੀਰ ਸਮਾਏ, ਜਿਵੇਂ ਜਲ ਦੇ ਵਿੱਚ ਜਲ ਸਮਾ ਜਾਂਦਾ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਉਹ ਐਵੇਂ ਜਲ ਦੇ ਵਿੱਚ ਜਿਵੇਂ ਜਲ ਲੀਨ ਹੋ ਜਾਂਦਾ, ਸਮਾ ਜਾਂਦਾ, ਇਵੇਂ ਜਿਹੜੇ ਸ਼ਬਦ ਵਿੱਚ ਮਿਲੇ ਹੋਏ ਕਦੀ ਵਿਛੜਦੇ ਨਹੀਂ ਹੈ ਤੇ ਲੀਨ ਹੋ ਜਾਂਦੇ ਵਾਹਿਗੁਰੂ ਵਿੱਚ। ਮੁਝ ਸੋ ਮਿਲਨੇ ਕੀ ਜਿਹ ਚਾਹੀ, ਫਿਰ ਗੁਰੂ ਸਾਹਿਬ ਜੀ ਨੇ ਕਿਹਾ, ਜਿਨ੍ਹਾਂ ਨੂੰ ਸਿੱਖਾਂ ਨੂੰ ਸਾਡੇ ਨਾਲ ਮਿਲਣ ਦੀ ਚਾਹਨਾ ਇੱਛਾ ਹੈ ਵੀ ਸਦਾ ਹੀ ਮਹਾਰਾਜ ਜੀ ਨਾਲ ਮਿਲੇ ਜੁਲੇ ਰਹੀਏ, ਸਦਾ ਬਿਸ਼ਰਨਾ ਭਾਵਹਿ ਨਾਹੀ, ਜਿਨ੍ਹਾਂ ਨੂੰ ਹਮੇਸ਼ਾ ਲਈ ਵਿਛੜਨਾ ਭਾਉਂਦਾ ਹੀ ਨਹੀਂ ਹੈ ਵੀ ਕਦੇ ਨਾ ਵਿਛੜੀਏ ਮਹਾਰਾਜ ਜੀ ਤੋਂ। ਸੋ ਨਰ ਸ਼ਬਦ ਕਰਹਿ ਅਭਿਆਸੇ, ਉਹ ਗੁਰੂ ਕੇ ਸਿੱਖ ਪੁਰਸ਼ ਮਾਈ ਭਾਈ ਸਾਰੇ ਜਿਹੜੇ ਸ਼ਬਦ ਹੈ ਗੁਰਬਾਣੀ ਦੇ ਸਾਡੇ ਬਖਸ਼ੇ ਹੋਏ ਮੂਲ ਮੰਤਰ ਗੁਰ ਮੰਤਰ ਹੈ, ਉਹਦਾ ਅਭਿਆਸ ਕਰੇ, ਉਹਦਾ ਪੁਨਾ ਦਾ ਚਿੰਤਨ ਕਰੇ, ਉਸ ਸ਼ਬਦਾਂ ਦਾ ਸ਼੍ਰਵਨ ਮਨਨ ਨਿਤ ਪ੍ਰਾਤਨ ਦਿਆਸੇ। ਗੁਰੂ ਕੇ ਸ਼ਬਦਾਂ ਨੂੰ ਪਹਿਲਾਂ ਕੰਨਾਂ ਨਾਲ ਸੰਗਤ 'ਚ ਬੈਠ ਕੇ ਸਰਵਣ ਕਰੇ, ਫਿਰ ਉਹਨਾਂ 'ਤੇ ਮੰਨਣ ਨਿਸ਼ਚੇ ਕਰਕੇ ਇਹਦੀ ਵਿਚਾਰ ਕਰੇ, ਫਿਰ ਨਿਤਾ ਪ੍ਰਤੀ ਹਮੇਸ਼ਾ ਲਈ ਨਿਧਿਆਸਨ ਕਰੇ, ਕਮਾਈ ਕਰੇ, ਪੁਨਾ ਅਭਿਆਸ ਕਰੇ, ਬਾਰ ਆਪਣੇ ਆਪ ਨੂੰ ਉਸ ਸ਼ਬਦ ਵਿੱਚ ਟਿਕਾਏ। ਨਿਰਸੰਦੇਹ ਮਿਲੈ ਮੁਝ ਸੰਗਾ, ਉਹ ਸਾਡੇ ਨਾਲ ਬਿਨਾਂ ਸੰਸ਼ੇ ਮਿਲੇਗਾ। ਇਹਦੇ ਵਿੱਚ ਤੇ ਕੋਈ ਸੰਸਾ ਹੀ ਨਹੀਂ ਹੈ। ਭਗਤ ਹੈ ਸੰਸਾ ਕੌਣ? ਉਹ ਭਗਤਾਂ ਨੂੰ ਕਾਹਦਾ ਸੰਸਾ ਹੈ? ਉਹ ਤੇ ਜ਼ਰੂਰ ਮਿਲਣਗੇ। 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਸ੍ਰੀ ਹਜ਼ੂਰ ਸਾਹਿਬ ਇਹੀ ਕਿਹਾ ਸੀ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਕਿ ਜਿਹੜੇ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹੋ ਸ਼ਬਦ ਵਿੱਚੋਂ ਖੋਜ ਭਾਲ ਲੈਣ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਉਹੀ ਕਹਿ ਰਹੇ ਆ ਵੀ ਜਿਹੜਾ ਸਾਡੇ ਨਾਲ ਸਦਾ ਮਿਲਿਆ ਚਾਹੁੰਦਾ ਹੈ ਉਹ ਸ਼ਬਦ ਦਾ ਅਭਿਆਸ ਕਰੇ, ਸਰਵਣ ਕਰੇ, ਮੰਨਣ ਕਰੇ, ਨਿਧਿਆਸਨ ਕਮਾਈ ਕਰੇ, ਅਭਿਆਸ ਕਰੇ, ਨਿਰਸੰਸੀ ਸਾਡੇ ਨਾਲ ਮਿਲਿਆ ਰਹੇਗਾ। ਉਹ ਬਹੁਰ ਨ ਬਿਸ਼ਰੈ ਹੋਇ ਨਿਰਸੰਦੇਹ ਮਿਲੈ ਮੁਝ ਸੰਗਾ, ਉਹ ਸਾਡੇ ਨਾਲ ਨਿਰਸੰਸੀ ਮਿਲਿਆ ਰਹੇਗਾ। ਬਹੁਰ ਨ ਬਿਸ਼ਰੈ ਹੋਇ ਇਕ ਰੰਗਾ, ਐਸਾ ਮਿਲ ਜਾਏਗਾ ਕਦੀ ਨਹੀਂ ਵਿਛੜੇਗਾ, ਇੱਕ ਸਾਡੇ ਰੰਗ ਪ੍ਰੇਮ ਵਿੱਚ ਹੀ ਰੰਗਿਆ ਹੋਵੇਗਾ। ਉਹ ਤਾਂ ਤੇ ਤੁਮ ਅਬ ਤਜਹੁ ਬਿਖਾਦਾ, ਇਸ ਕਰਕੇ ਸੰਗਤ ਜੀ ਤੁਸੀਂ ਜਿਹੜਾ ਹੁਣ ਆਹ ਦੁੱਖ ਮਨਾ ਰਹੇ ਹੋ ਵੀ ਮਹਾਰਾਜ ਜੀ ਸਰੀਰ ਕਰਕੇ ਚਲੇ ਜਾਣਗੇ, ਸੱਚੇ ਪਾਤਸ਼ਾਹ ਜੀ ਦਾ ਵਿਛੋੜਾ ਹੋ ਜਾਏਗਾ, ਮੋਹ ਕਰ ਰਹੇ ਸਰੀਰ ਦਾ,
ਇਹ ਸਰੀਰ ਦਾ ਮੋਹ ਵਿਖਾਤ ਸਭ ਛੱਡ ਦਿਓ। ਗਾਵੋ ਸ਼ਬਦ ਕਰਹੁ ਅਹਲਾਦਾ। ਬਸ ਜਿਹੜੇ ਹੈ ਗੁਰਬਾਣੀ ਦੇ ਸ਼ਬਦ ਹੈ ਉਹ ਗਾਓ ਤੇ ਆਨੰਦ ਕਰੋ, ਖੁਸ਼ੀ ਖੇੜਾ ਕਰੋ ਸੰਗਤ ਜੀ। ਦ੍ਰਿਸ਼ਟ ਮਾਨ ਜੋ ਸਰਬ ਪਸਾਰਾ। ਇਹ ਜਿੰਨਾ ਵੀ ਦ੍ਰਿਸ਼ਟਮਾਨ ਦ੍ਰਿਸ਼ਟੀ ਵਿੱਚ ਆ ਰਿਹਾ ਹੈ, ਸਾਰਾ ਜਗਤ ਪਸਾਰਾ, ਬ੍ਰਹਿਮੰਡ ਦਾ ਪਸਾਰਾ। ਨਾਸਵੰਤ ਸੋ ਲਿਹੋ ਵਿਚਾਰਾ। ਇਹ ਸਭ ਨਾਸਵੰਤ ਹੈ, ਮਿਥਿਆ ਹੈ, ਜਾਣ ਲੋ ਵਿਚਾਰ ਲੋ, ਸਭ ਭਸਮ ਭੂਤ ਹੋ ਜਾਣ ਵਾਲਾ ਹੈ। ਹੋਤ ਵਿਪਰਜਾ ਥਿਰ ਨ ਰਹਾਈ। ਇਹ ਸਭ ਜੋ ਦਿਸ ਰਿਹਾ ਵਿਪਰਜੇ ਕੋਈ ਉਲਟ ਹੋ ਜਾਂਦਾ ਹੈ ਤੇ ਉਲਟ ਹੋ ਜਾਂਦਾ, ਭਾਵ ਨਾਸ ਹੋ ਜਾਂਦਾ ਹੈ। ਕੁਝ ਵੀ ਥਿਰ ਨਹੀਂ ਰਹਿੰਦਾ, ਇਹ ਕੁਝ ਵੀ ਟੇਕੇ ਨਹੀਂ ਰਹਿੰਦਾ। ਜਿਹ ਧਰੁਵ ਕਹਤ ਅਧਰੁਵ ਹੋਇ ਜਾਈ। ਜਿਸ ਨੂੰ ਲੋਕ ਧਰੁਵ ਕਹਿੰਦੇ ਆ, ਟਲ ਕਹਿੰਦੇ ਆ, ਚੱਲ ਅਬਚਲ ਅਬਿਨਾਸੀ ਕਹਿੰਦੇ ਆ, ਉਹ ਸਭ ਜਿਹੜਾ ਅਧਰੁਵ ਆ ਉਹ ਅਚਲ ਨਹੀਂ ਰਹਿੰਦਾ ਹੈ, ਉਹ ਸਭ ਖਤਮ ਹੋ ਜਾਂਦਾ ਹੈ। ਉਹ ਧਰੁਵ ਅਧਰੁਵ ਕਹੀਏ ਉਹ ਸਭ ਨਾਸ ਹੋ ਜਾਂਦਾ ਹੈ, ਨਾ ਅਟਲ ਰਹਿੰਦਾ, ਨਾ ਅਚਲ ਰਹਿੰਦਾ, ਨਾ ਬਿਨਾਸੀ ਰਹਿੰਦਾ ਹੈ। ਅਧਰੁਵ ਨਾਸ ਹੋ ਜਾਂਦਾ, ਸਭ ਕੁਝ ਸਥਿਰਤਾ ਵਿੱਚ ਨਹੀਂ ਰਹਿੰਦਾ ਹੈ। ਸਸ ਸੂਰਜ ਪ੍ਰਕਾਸ਼ ਕਰਾਉ। ਜੋ ਆ ਸਸ ਕਹੀਏ ਚੰਦਰਮਾ ਹੈ, ਸੂਰਜ ਹੈ, ਇਹ ਪ੍ਰਕਾਸ਼ ਕਰਦੇ ਆ, ਜਿਨ੍ਹਾਂ ਦੀ ਬੜੀ ਜੋਤੀ ਹੈ। ਹੁਣ ਕਾਲ ਪਾਏ ਤਿਨ ਹੋਏ ਅਭਾਉ। ਜਦੋਂ ਇਹ ਕਾਲ ਪਾ ਲੈਣਗੇ, ਮੌਤ ਪਾਉਣਗੇ, ਤਿੰਨਾਂ ਦਾ ਅਭਾਉ ਕਹੀਏ, ਨਾ ਅਭਾਵ ਹੋ ਜਾਏਗਾ, ਨਾ ਹੋਣਾ ਹੋ ਜਾਏਗਾ, ਸਭ ਨਾਸ ਹੋ ਜਾਣਗੇ। ਇਹਨਾਂ ਦਾ ਪ੍ਰਕਾਸ਼ ਜਿਹੜਾ ਹੋ ਰਿਹਾ, ਪ੍ਰਕਾਸ਼ ਖਤਮ ਹੋ ਜਾਏਗਾ। ਆਪ ਜਿਵੇਂ ਕਾਲਾ ਤਵਾ ਪੁੱਠਾ ਹੁੰਦਾ, ਐਵੇਂ ਦੇ ਹੋ ਜਾਣਗੇ ਪ੍ਰਕਾਸ਼ ਤੋਂ ਬਿਨਾਂ। ਜਦੋਂ ਪਰਮੇਸ਼ਰ ਆਪਣੀ ਜੋਤੀ ਖਿੱਚ ਲਏਗਾ, ਜਿਹੜੇ ਕਾਲਿਆਂ ਤਵਿਆਂ ਵਰਗੇ ਰਹਿ ਜਾਣਗੇ, ਅਖੀਰੀ ਇਹ ਕਾਲੇ ਤਵੇ ਵੀ ਨਹੀਂ ਰਹਿ ਜਾਣਗੇ, ਸਭ ਅਭਾਵ ਨਾਸ ਹੋ ਜਾਣਗੇ। ਜੋ ਸਮੇਰ ਸਭ ਸੁਰਨ ਆਧਾਰਾ। ਜਿਹੜਾ ਸਮੇਰ ਪਰਬਤ ਸਾਰੇ ਦੇਵਤਿਆਂ ਦਾ ਆਸਰਾ ਹੈ। ਸ਼ਾ ਹੋਵਤ ਤਿਨ ਲਗਾ ਨਾ ਬਾਰਾ। ਸਿੱਖੋ ਵੀ ਸ਼ਾ ਹੋ ਜਾਏਗਾ, ਨਾਸ ਹੋ ਜਾਏਗਾ, ਉਹਨੂੰ ਨਾਸ ਹੁੰਦਿਆਂ ਕੋਈ ਦੇਰੀ ਨਹੀਂ ਲੱਗੇਗੀ। ਧਰਮੀ ਜਲ ਸਾਗਰ ਗੰਭੀਰਾ। ਜਿਹੜੀ 50 ਕਰੋੜ ਧਰਤੀ ਹੈ ਯੋਜਨ ਇੰਨੀ ਤਗੜੀ, ਤੇ ਜਲ ਜਿੰਨੇ 999 ਨਦੀਆਂ ਇਤਿਆਦਿਕ ਜਿੱਥੇ ਜਿੱਥੇ ਵੀ ਜਲ ਹੈ, ਤੇ ਜੋ ਡੂੰਘੇ ਸਾਗਰ ਹਨ। ਅਗਰ ਕਾਲ ਸੋ ਧਰੈ ਨਾ ਧੀਰਾ। ਅਗਰ ਕਾਲ ਸਮੇਂ ਦੇ ਅੱਗੇ, ਮੌਤ ਦੇ ਅੱਗੇ ਕੋਈ ਧੀਰਜ ਨਹੀਂ ਧਾਰੇਗਾ, ਹੌਸਲਾ ਨਹੀਂ ਧਾਰੇਗਾ, ਸਭ ਨਾਸ ਹੋ ਜਾਣਗੇ ਮਹਾਂਪਰਲੋ ਤੇ। ਪਾਵਕ ਪਾਨ ਪਰਾਕਰਮ ਯੁਕਤਾ। ਜੋ ਪਾਵਕ ਕਹੀਏ ਅੱਗ ਹੈ ਬੜੇ ਬਲ ਦੇ ਸਹਿਤ, ਫਿਰ ਜੋ ਪੌਣ ਹੈ ਬਲ ਦੇ ਸਹਿਤ। ਜਦੋਂ ਅੱਗ ਬਲ ਦੇ ਸਹਿਤ ਹੁੰਦੀ, ਸਭ ਸਾੜ ਸੁੜ ਕੇ ਸੁੱਟੀ ਜਾਂਦੀ ਹੈ ਤਗੜੀ ਹੋ ਕੇ। ਇਸੇ ਤਰ੍ਹਾਂ ਪੌਣ ਬਲ ਦੇ ਸਹਿਤ ਜਦੋਂ ਹੋ ਕੇ ਵਗਦੀ ਹੈ, ਜੜ੍ਹੋਂ ਰੁੱਖ ਪੁੱਟੀ ਜਾਂਦੀ, ਬਿਲਡਿੰਗਾਂ ਦੀਆਂ ਬਿਲਡਿੰਗਾਂ ਸੁੱਟ ਦਿੰਦੀ ਹੈ, ਸਮੁੰਦਰਾਂ ਦੇ ਜੜ੍ਹਾਂ ਨੂੰ ਬਾਹਰ ਸਮੁੰਦਰ 'ਚੋਂ ਕੱਢ ਦਿੰਦੀ ਹੈ ਧਕੇਲ ਕੇ। ਇਹ ਜੋ ਪਾਵਕ ਪੌਣ ਸਭ ਬਲ ਦੇ ਸਹਿਤ ਹਨ। ਕਾਲ ਪਾਏ ਸੋ ਹੋਏ ਅਸ਼ਕਤਾ। ਕਾਲ ਪਾ ਕੇ, ਸਮਾਂ ਪਾ ਕੇ, ਮੌਤ ਪਾ ਕੇ ਵੀ ਸ਼ਕਤੀ ਤੋਂ ਰਹਿਤ ਹੋ ਜਾਣਗੇ, ਨਿਰਬਲ ਹੋ ਜਾਣਗੇ, ਕੋਈ ਤਾਕਤ ਨਹੀਂ ਰਹੇਗੀ। ਇਹ ਵੀ ਨਹੀਂ ਰਹੇਗੀ ਹਵਾ ਪੌਣ, ਅਰਬਦ ਨਰਬਦ ਧੁੰਦੂ ਘਾਰਾ ਸੁੰਨ ਸਮਾਧੀ ਹੋ ਜਾਏਗੀ। ਮਹਾਬਲੀ ਰਾਕਸ ਜੇ ਰਾਜਾ। ਜਿਹੜੇ ਬੜੇ ਬੜੇ ਮਹਾਬਲੀ ਹੈ, ਜਿਹੜੇ ਰਾਕਸ਼ ਹੈ, ਜਿਹੜੇ ਰਾਜੇ ਹੈ, ਬੜੇ ਮਹਾਬਲੀ। ਕਾਲ ਡੰਕ ਸਭ ਕੇ ਸਿਰ ਗਾਜਾ। ਜਿਹੜਾ ਕਾਲ ਦਾ ਡੰਕਾ ਚੋਟ ਹੈ, ਚੋਬ ਹੈ, ਸਭ ਦੇ ਸਿਰ ਗੱਜ ਰਹੀ ਹੈ, ਸਭ ਦੇ ਇਹ ਵੱਜੇਗੀ। ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ ਰੇ। ਭੇ ਅਵਤਾਰ ਜਿਤੇ ਰਣ ਧੀਰਾ। ਜਿੰਨੇ ਵੀ ਬੜੇ ਯੋਧੇ ਸੂਰਮੇ
ਅਵਤਾਰ ਹੋਏ ਐ ਤਗੜੇ ਤਗੜੇ ਜੰਗੀ ਪਰਸਰਾਮ ਆਦਿਕ ਜਿੰਨੇ ਵੀ ਹੋਏ ਐ। ਕਾਲ ਪਾਏ ਕੀ ਤਜਨ ਸਰੀਰਾ। ਕਾਲ ਪਾ ਕੇ ਮੌਤ ਪਾ ਕੇ ਸਮਾਂ ਪਾ ਕੇ ਉਹਨਾਂ ਨੇ ਵੀ ਸਰੀਰ ਆਪਣਾ ਛੱਡਣਾ ਕੀਤਾ ਹੀ ਐ ਸਿੱਖੋ। ਮਹਾ ਸਿੱਧ ਸੁਰ ਗੰਧਰਵ ਕਿੰਨਰ। ਜਿਹੜੇ ਮਹਾ ਸਿੱਧ ਵੱਡੇ ਵੱਡੇ ਸ਼ਕਤੀਆਂ ਵਾਲੇ 84 ਸਿੱਧ ਤੇ ਹੋਰ ਸਿੱਧ ਸ਼ਕਤੀਆਂ ਵਾਲੇ ਜਿਹੜੇ 33 ਕਰੋੜ ਦੇਵਤੇ ਐ। ਇਸੇ ਤਰ੍ਹਾਂ ਦੇਵਤਿਆਂ ਦੇ ਗੰਧਰਵ ਰਾਗੀ ਹੈ। ਕਿੰਨਰ ਜਿਹੜੇ ਅੱਗੇ ਸਾਜ਼ ਵਜਾਉਣ ਵਾਲੇ ਦੇਵਤਿਆਂ ਦੇ ਅੱਗੇ ਜਾਂ ਕਿੰਨਰ ਨਿਰਤਕਾਰੀ ਕਰਨ ਵਾਲੇ ਹੈ। ਇਹ ਸਾਰੇ ਹੀ ਯਖ ਆਦ ਸਭ ਹੋਵੈ ਸ਼ਨ ਭੰਗਰ। ਯਖ ਜਿਹੜੇ ਕੁਬੇਰ ਦੇ ਸੇਵਕ ਇਤਿਆਦਿਕ ਸਾਰੇ ਜਿੰਨੇ ਦੇਵਤਿਆਂ ਦੀ ਕਿਸਮਾਂ ਸਭ ਛਿਨ ਭੰਗਰ ਵਿੱਚ ਛਿਨ ਵਿੱਚ ਹੀ ਨਾਸ ਹੋ ਜਾਣਗੇ। ਜਮ ਉਡਗਨ ਪਰਹੂਤ ਕੁਮੇਰਾ। ਆ ਮਾਨੋ ਜਿਹੜਾ ਜਮ ਜਿਹੜਾ ਧਰਮ ਰਾਜ ਦਾ ਜਮ ਹੈ ਲੇਖਾ ਜੋਖਾ ਪੁੱਛਦਾ ਹੈ ਹਿਸਾਬ ਕਿਤਾਬ ਲੈਂਦਾ ਹੈ ਕਿਤੇ ਹੇਰ ਫੇਰ ਨਹੀਂ ਹੋਣ ਦਿੰਦਾ। ਇਹ ਜਮ ਵੀ ਉਡਗਨ ਜਿੰਨੇ ਆਕਾਸ਼ ਵਿੱਚ ਤਾਰੇ ਟਿਮਟਮਾਉਂਦੇ ਹੈ ਪੁਰਹੂਤ ਇੰਦਰ ਦੇਵਤਾ ਕੁਬੇਰ ਜਿਹੜਾ ਦੇਵਤਾ ਹੈ ਨੌ ਨਿਧੀਆਂ ਦਾ ਜਿਹੜਾ ਮਾਲਕ ਮਾਇਆ ਦਾ ਮਾਲਕ ਹੈ। ਹੋਏ ਵਿਪਰਜਾ ਲਗਾ ਨਾ ਦੇਰਾ। ਇਹ ਸਭ ਉਲਟ ਹੋ ਜਾਣਗੇ ਭਾਵ ਸਭ ਨਾਸ ਹੋ ਜਾਣਗੇ ਕੋਈ ਦੇਰੀ ਨਹੀਂ ਲੱਗੇਗੀ। ਜੋ ਬ੍ਰਹਮਾ ਜਗ ਕਾਰਨ ਕੇਰੋ। ਫਿਰ ਸਿੱਖੋ ਜੋ ਬ੍ਰਹਮਾ ਸਾਰੇ ਜਗਤ ਦਾ ਕਾਰਨ ਮੰਨਦਾ ਵੀ ਮੈਂ ਸੰਸਾਰ ਬਣਾਇਆ ਹੈ ਤਿਹ ਅਭਾਵ ਕਰ ਕਾਲ ਕਰੇਰੋ। ਇਸ ਦਾ ਵੀ ਅਭਾਵ ਹੋ ਜਾਏਗਾ ਇਹਦਾ ਵੀ ਨਾਸ ਹੋ ਜਾਏਗਾ। ਭਾਵ ਹੁੰਦਾ ਵੀ ਹੋਣਾ ਅਭਾਵ ਹੁੰਦਾ ਨਾ ਹੋਣਾ। ਇਸ ਬ੍ਰਹਮਾ ਦਾ ਵੀ ਅਭਾਵ ਨਾ ਹੋਣਾ ਹੋ ਜਾਏਗਾ। ਕਾਲ ਕਰੇਰੋ ਜੋ ਕਾਲ ਬਹੁਤ ਸਖਤਾ ਹੈ ਕਰੜਾ ਕਰੂਰ ਹੈ ਜਿਹੜਾ ਕਿਸੇ ਨੂੰ ਨਹੀਂ ਬਖਸ਼ਦਾ ਹੈ ਬ੍ਰਹਮਾ ਨੂੰ ਵੀ ਚਬਾ ਜਾਏਗਾ। ਹਰੀ ਵਿਸ਼ਨ ਜਿਹ ਜਗਤ ਅਲਾਏ। ਜੋ ਹਰਿਆਂ ਪਰਿਆਂ ਕਰਨ ਵਾਲੇ ਵਿਸ਼ਨੂੰ ਭਗਵਾਨ ਜਿਸ ਨੂੰ ਸਾਰਾ ਜਗਤ ਕਹਿੰਦੇ ਵੀ ਹਰੇ ਵਿਸ਼ਨ ਹਰੇ ਕ੍ਰਿਸ਼ਨ ਹਰੇ ਵਿਸ਼ਨ। ਹਰੀ ਹਰਤ ਤਾ ਤਿਹ ਕੀ ਜਾਏ। ਉਸ ਹਰੀ ਵਿਸ਼ਨੂੰ ਭਗਵਾਨ ਦੀ ਵੀ ਜਿਹੜੀ ਹਰੀ ਪੁਣਾ ਹੈ ਹਰੇ ਪਰੇ ਕਰਨ ਦਾ ਸੁਭਾਅ ਹੈ ਉਹ ਹਰ ਤਤਾ ਉਹ ਸਭ ਜਿਹੜੀ ਹੈ ਨਾਸ ਹੋ ਜਾਏਗੀ। ਉਹ ਵਿਸ਼ਨੂੰ ਭਗਵਾਨ ਦਾ ਹਰੀ ਪੂਰਣਾ ਵੀ ਸਭ ਨਾਸ ਹੋ ਜਾਏਗਾ। ਰੁਦ੍ਰਹ ਵੇਖ ਭਿਆਨਕ ਜਾਹੀ। ਜਿਸ ਸ਼ਿਵ ਜੀ ਭਗਵਾਨ ਦਾ ਬੜਾ ਭਿਆਨਕ ਭੇਖ ਹੈ ਵੀ ਜੋ ਸ਼ਿਵ ਜੀ ਬਹੁਤ ਗਲ ਵਿੱਚ ਮਾਲਾ ਪਾ ਕੇ ਖੋਪੜੀਆਂ ਦੀ ਗਲ ਇਸੇ ਤਰ੍ਹਾਂ ਗਲ ਵਿੱਚ ਸਭ ਪਾ ਕੇ ਜਿਸ ਨੇ ਆਪਣੇ ਕੇਸਾਂ ਦੇ ਜੂੜੇ ਵਿੱਚ ਚੰਦਰਮਾ ਨੂੰ ਬੰਨਿਆ ਹੋਇਆ ਗੰਗਾ ਬੰਨੀ ਹੋਈ ਹੈ ਹੱਥ 'ਚ ਤਰਸੂਲ ਹੈ ਨੰਦੀ ਬੈਲ 'ਤੇ ਬੈਠੇ ਹੋਏ ਹੈ ਖਲ ਜੀ ਬੰਨੀ ਹੋਈ ਹੈ ਇਵੇਂ ਸਵਾਸ ਸਰੀਰ 'ਤੇ ਮਲੀ ਹੋਈ ਹੈ ਵਿਭੂਤੀ ਅਤੇ ਜਿਨ੍ਹਾਂ ਨੇ ਬੜਾ ਆਪਣਾ ਭਿਆਨਕ ਭੇਖ ਬਣਾਇਆ ਹੋਇਆ ਹੈ ਸ਼ਿਵ ਜੀ ਨੇ। ਕਾਲ ਪਾਏ ਸੇ ਹੋਵਹਿ ਨਾਹੀ। ਕਾਲ ਪਾ ਕੇ ਉਹ ਵੀ ਨਹੀਂ ਹੋਏਗਾ। ਕਾਲ ਪਾ ਕੇ ਸ਼ਿਵ ਜੀ ਵੀ ਨਹੀਂ ਹੋਏਗਾ ਉਹ ਵੀ ਨਾਸ ਹੋ ਜਾਣਗੇ। ਜਿਸ ਨੂੰ ਸਾਰੇ ਅੱਜ ਕਹਿੰਦੇ ਹੈ ਨਾ ਨਿਰੰਕ ਕੇ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹਿ ਭੇਵ ਕਿ ਸ਼ਿਵ ਜੀ ਨੂੰ ਕਲਿਆਣ ਸਰੂਪ ਮੰਨਿਆ ਵੀ ਸ਼ਿਵ ਜੀ ਕਦੀ ਸਰੀਰ ਨਹੀਂ ਛੱਡਦਾ ਹੈ ਪਰ ਉਹ ਸਰੀਰ ਉਹ ਵੀ ਛੱਡਦੇ ਹੈ। ਇਵੇਂ ਮਹਾਰਾਜ ਤੇ ਕਹਿੰਦੇ ਕੋਟ ਬਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾ ਕੇ ਧਰਮਸਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਨ ਲਾਏ ਐਸਾ ਧਣੀ ਗੋਬਿੰਦ ਹਮਾਰਾ ਵਰਨ ਨਾ ਸਕੋ ਗੁਣ ਵਿਸਥਾਰਾ। ਇਹ ਕਰੋੜਾਂ ਹੀ ਸ਼ਿਵ ਜੀ ਪੈਦਾ ਕੀਤੇ ਜੇ ਪੈਦਾ ਕੀਤੇ ਤੇ ਨਾਸ ਵੀ ਹੁੰਦੇ ਹੈ। ਮਹਾਰਾਜ ਕਹਿੰਦੇ ਜੇ ਸ਼ਿਵ ਜੀ ਭਿਆਨਕ ਰੂਪ ਜਿਸ ਨੇ ਧਾਰਿਆ ਹੋਇਆ ਹੈ ਇਹ ਵੀ ਕਾਲ ਪਾ ਕੇ ਸਮਾਂ ਪਾ ਕੇ ਨਾਸ ਹੋ ਜਾਏਗਾ ਉਹ ਵੀ ਨਹੀਂ ਰਹੇਗਾ। ਸਭ ਕੋ ਜੋ ਆਧਾਰ ਆਕਾਸ਼ਾ। ਸਾਰਿਆਂ ਦਾ ਜੋ ਆਧਾਰ ਆਸਰਾ ਹੈ ਆਕਾਸ਼ ਜਿਹੜਾ ਸਭ ਨੂੰ ਹੀ ਥਾਂ ਦੇ ਰਿਹਾ ਹੈ। ਕਾਲ ਅਗਾਰੀ ਹੋਏ ਸੋ ਨਾਸਾ। ਕਾਲ ਅੱਗੇ ਉਹ ਵੀ ਨਾਸ ਹੋ ਜਾਏਗਾ ਕੁਝ ਵੀ ਨਹੀਂ ਬਚੇਗਾ। ਇਨ ਜੀਵਨ ਕਿਆ ਗਿਣਤੀ ਹੋਈ। ਸਿੱਖੋ ਜਿਹੜੇ 84 ਲੱਖ ਜੀਵ ਹੈ ਇਹਨਾਂ ਜੀਵਾਂ ਦੀ ਤੇ ਭਲਾ ਕੀ
ਗਿਣਤੀ ਹੋਈ ਹੈ ਤੇ ਕਿਹੜੀ ਗਿਣਤੀ ਵਿੱਚ ਹਨ ਭਲੇ ਵਿਚਾਰੇ। ਗ੍ਰਸਿਓ ਕਾਲ ਕੋ ਹੈ ਸਭ ਕੋਈ। ਸਭ ਕੋਈ ਜਿਹੜੇ ਆ ਕਾਲ ਦਾ ਹੀ ਗ੍ਰਸਿਆ ਹੋਇਆ, ਕਾਲ ਦਾ ਚਬਾਇਆ ਹੈ, ਕਾਲ ਦੇ ਵਾਸੀ ਹੈ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਉਹ ਜੋ ਕਾਲਣ ਕੋ ਕਾਲ ਮਹਾਕਾਲਣ ਕੋ ਮਹਾਕਾਲ ਪਰਮੇਸ਼ਰ ਹੈ, ਉਹਦੇ ਕਾਲ ਦਾ ਹੀ ਤਮਾਸ਼ਾ ਕੀਤਾ ਹੋਇਆ। ਆਪ ਉਹ ਅਕਾਲ ਮੂਰਤ ਹੈ। ਰਹਿਨੋ ਇਸ ਸਥਿਰ ਕਿਨਹੁ ਨਾਹੀ। ਇੱਥੇ ਕਿਸੇ ਦਾ ਵੀ ਜਿਹੜਾ ਸਥਿਰ ਰਹਿਣਾ ਨਹੀਂ ਹੈ, ਕੋਈ ਨਹੀਂ ਟਿਕੇ ਰਹੇਗਾ। ਇਹ ਜਗਤ ਵਿੱਚ ਕੋਈ ਥਿਰ ਨਹੀਂ ਰਹੇਗਾ। ਪਾਏ ਸਮਾ ਸਭ ਹੀ ਬਿਨ ਸਾਹੀ। ਸਮਾਂ ਪਾ ਕੇ ਸਾਰੇ ਜਿਹੜੇ ਆ ਉਹ ਨਾਸ ਹੋਣਗੇ। ਅਤ ਸੂਖਮ ਤੇ ਸੂਖਮ ਕਾਲੂ। ਗੁਰੂ ਨਾਨਕ ਸਾਹਿਬ ਜੀ ਸਿੱਖਾਂ ਨੂੰ ਕਹਿਣ ਲੱਗੇ, ਜੋ ਕਾਲ ਹੈ ਉਹ ਤੇ ਅਤ ਸੂਖਮ ਤੋਂ ਸੂਖਮ ਬਰੀਕ ਹੈ, ਦਿਸਦਾ ਦੁਸਦਾ ਹੈ ਨਹੀਂ ਹੈ ਉਂਝੋ। ਅਤ ਵਿਸ਼ਾਲ ਤੇ ਮਹਾ ਵਿਸਾਲੂ। ਫਿਰ ਵੱਡਿਆਂ ਤੋਂ ਮਹਾ ਵੱਡਾ ਹੈ, ਬਹੁਤ ਤਗੜਾ, ਜਿਹਦੇ ਵਿੱਚ ਸਭ ਕੁਝ ਚੱਲੀ ਜਾ ਰਿਹਾ ਹੈ। ਕਰ ਹੈ ਊਚ ਤੇ ਜੋ ਅਤ ਨੀਚੂ। ਜੋ ਕਾਲ ਸਮਾਂ ਉੱਚਿਆਂ ਤੋਂ ਕਰ ਹੈ ਊਚ ਤੇ ਜੋ ਅਤ ਨੀਚੋ, ਜੋ ਉੱਚਿਆਂ ਨੂੰ ਜਿਹੜਾ ਹੈ ਨੀਵਾਂ ਕਰ ਦਿੰਦਾ ਹੈ। ਨੀਚ ਥਪ ਹੈ ਊਚ ਖਿਨ ਬੀਚੂ। ਜਿਹੜੇ ਨੀਚ ਹੈ ਉਹਨਾਂ ਨੂੰ ਉੱਚੇ ਥਾਂ ਤੇ ਖਿਨ ਵਿੱਚ ਹੀ ਸਥਾਪਨ ਕਰ ਦਿੰਦਾ ਹੈ, ਤਾਂ ਚੜਾ ਦਿੰਦਾ, ਵੱਡੇ ਕਰ ਦਿੰਦਾ ਹੈ। ਰਾਈ ਮੇਰ ਮੇਰ ਤੇ ਰਾਈ। ਜੋ ਕਾਲ ਰਾਈ ਕਿਣਕੇ ਨੂੰ ਥੋੜੇ ਜਿਹੇ ਭੌਰੇ ਕਿਣਕੇ ਜਿਹਨੂੰ ਰੇਤ ਦੇ ਕਿਣਕੇ ਰਾਈ ਮਾਤਾ ਜਿਹਨੂੰ ਸਮੇਰ ਪਰਬਤ ਵਾਂਗ ਵੱਡਾ ਕਰ ਦਿੰਦਾ ਹੈ, ਤੇ ਸਮੇਰ ਪਰਬਤ ਤੋਂ ਰਾਈ ਜਿੰਨਾ ਕਰ ਦਿੰਦਾ ਹੈ। ਬਸੇ ਉਜਾਰ ਹੈ ਉਜਰ ਬਸਾਈ। ਵਸਿਆਂ ਨੂੰ ਉਜਾੜ ਦਿੰਦਾ ਹੈ ਸਮਾਂ, ਤੇ ਉਜੜਿਆਂ ਨੂੰ ਵਸਾ ਦਿੰਦਾ ਹੈ। ਐਸਾ ਸਮਾਂ ਬਲੀ ਹੈ। ਮਹਾਬਲੀ ਚਾਹੈ ਸੋ ਕਰਹੀ। ਸਿੱਖੋ ਬੜਾ ਮਹਾਬਲੀ ਹੈ ਸਮਾਂ, ਜੋ ਚਾਹੁੰਦਾ ਉਹ ਕਰਦਾ ਹੈ, ਕਰ ਕਰਾ ਲੈਂਦਾ। ਜਿਵੇਂ ਭਗਤ ਜੀ ਕਹਿੰਦੇ, ਰਾਜ ਆਸ਼ਰਮ ਮਿਤ ਨਹੀਂ ਜਾਨੀ ਤੇਰੀ, ਹਉ ਤੇਰੇ ਸੰਤਨ ਕੀ ਹਉ ਚੇਰੀ। ਬਸਤੋ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੈ। ਧਰਤੀ ਤੇ ਆਕਾਸ ਚੜਾਵੈ, ਚੜ੍ਹੇ ਆਕਾਸ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮਾ, ਤਿਸ ਮੂਰਤ ਬਲਿਹਾਰੀ। ਇਸ ਪਰਮੇਸ਼ਰ ਤੋਂ ਭਗਤ ਮਾਰਗ ਦੇ ਬਲਿਹਾਰ ਜਾਵਾਂ, ਜਿਸ ਪਰਮੇਸ਼ਰ ਦੀ ਐਸੀ ਗਤੀਵਿਧੀ ਹੈ, ਜਿੱਥੇ ਹੱਸਦੇ ਹੁੰਦੇ ਉੱਥੇ ਰਵਾ ਦਿੰਦਾ, ਜਿੱਥੇ ਰੋਂਦੇ ਹੁੰਦੇ ਉੱਥੇ ਹਸਾ ਦਿੰਦਾ। ਧਰਤੀ ਤੋਂ ਹੀ ਤਾਂ ਚੜ੍ਹਾ ਦਿੰਦਾ ਆਕਾਸ਼ ਤੇ, ਆਕਾਸ਼ ਤੋਂ ਠਾਂ ਸੁੱਟ ਦਿੰਦਾ। ਐਸਾ ਪਰਮੇਸ਼ਰ ਮਹਾਨ ਹੈ। ਸਤਿਗੁਰੂ ਜੀ ਉਹ ਕਹਿ ਰਹੇ ਹੈ, ਇਸ ਆਗੇ ਕੋ ਧੀਰ ਨ ਧਰਹੀ। ਇਸ ਕਾਲ ਅੱਗੇ ਕੋਈ ਧੀਰਜ ਹੌਸਲਾ ਨਹੀਂ ਰੱਖਦਾ ਜਦੋਂ ਆਪਣਾ ਸਮਾਂ ਵਰਤਾਉਂਦਾ ਹੈ। ਧਨਖ ਭਾਵ ਹਾਥ ਹੈ ਜਾਂ ਕੇ। ਜਿਸ ਕਾਲ ਦੇ ਹੱਥਾਂ ਵਿੱਚ ਜਿਹੜਾ ਜੀਵਾਂ ਦਾ ਨਾਸ ਕਰਨਾ, ਵੀ ਅਨਹੋਣੇ ਕਰ ਦੇਣੇ ਜੀਵ, ਜਿਸ ਕਾਲ ਦੇ ਹੱਥ ਵਿੱਚ ਅਨਹੋਣਾ ਕਰਨਾ ਸਭ ਜੀਵਾਂ ਦਾ, ਇਹ ਰੂਪੀ ਧਨਕ ਹੈ। ਰਾਗ ਰੁਦਵੈਖ ਬਾਣ ਵੱਢ ਤਾਂ ਕੇ। ਉਸ ਕਾਲ ਦੇ ਜਿਹੜਾ ਇੱਕ ਰਾਗ ਮੋਹ ਕਰਨਾ ਹੈ, ਦਵੈਖ ਵੈਰ ਵਿਰੋਧ ਈਰਖਾ ਕਰਨੀ, ਇਹ ਉਹਦੇ ਬਾਣ ਹੈ, ਤੀਰ ਹੈ, ਤਿੱਖੇ ਵੱਡੇ ਵੱਡੇ। ਸ਼ੈ ਕਰ ਜਗ ਉਪਜਾਵਹਿ ਸੋ। ਐਵੇਂ ਉਹ ਜਿਹੜਾ ਨਾ ਕਾਲ ਸ਼ਹਿ ਜਗਤ ਨੂੰ ਨਾਸ ਕਰ ਦਿੰਦਾ ਹੈ, ਫਿਰ ਮੌਜ ਵਿੱਚ ਆ ਕੇ ਪੈਦਾ ਕਰ ਦਿੰਦਾ ਹੈ। ਭਾਵ ਪਹਿਲਾਂ ਪੈਦਾ ਕਰਦਾ, ਫਿਰ ਨਾਸ ਕਰਦਾ, ਫਿਰ ਨਾਸ ਕਰਦਾ, ਫਿਰ ਪੈਦਾ ਕਰ ਦਿੰਦਾ ਹੈ। ਸਿਸ ਲੀਲਾ ਜਿਉ ਦੇਖ ਨਾ ਕੋ। ਜਿਵੇਂ ਇੱਥੇ ਪਾਠ ਖੇਦ ਹੈ, ਸਿਸ ਲੀਲਾ, ਜੇ ਬੱਚਿਆਂ ਦੀ ਬਾਲ ਲੀਲਾ ਹੁੰਦੀ ਹੈ, ਤੇ ਜਿਉ ਖੇਦ ਨਾ ਕੋ, ਖੇਦ ਪਾਠ ਸ਼ੁੱਧ ਹੈ। ਅਤੇ ਜਿਵੇਂ ਬੱਚਿਆਂ ਨੂੰ ਕੋਈ ਖੇਦ ਕੋਈ ਦੁੱਖ ਨਹੀਂ ਨਾ ਹੁੰਦਾ, ਉਹ ਸਿਰੇ ਬਣਾਉਂਦੇ ਰਹਿੰਦੇ ਮਿੱਟੀ ਦੇ ਘਰ ਜੇ, ਅਤੇ ਸ਼ਾਮ ਨੂੰ ਫਿਰ ਢਾਹ ਦਿੰਦੇ। ਇਸੇ ਤਰ੍ਹਾਂ ਕਰਦੇ ਰਹਿੰਦੇ, ਨੱਚਦੇ ਟੱਪਦੇ ਰਹਿੰਦੇ ਬੱਚੇ। ਅਤੇ ਉਹਨਾਂ ਨੂੰ ਘਰ ਬਣਾਉਣ ਲੱਗਿਆ ਕੋਈ ਨਹੀਂ ਖੁਸ਼ੀ ਨਹੀਂ ਸੀ,
ਜਾਂ ਵੀ ਉਦੋਂ ਵੀ ਖੁਸ਼ੀ ਸੀ ਉਹਨਾਂ ਨੂੰ, ਅਤੇ ਜਦੋਂ ਉਹਨਾਂ ਨੇ ਢਾਹ ਦਿੱਤੇ ਉਦੋਂ ਵੀ ਖੁਸ਼ ਲੱਤ ਜੀ ਮਾਰ ਕੇ ਜਦੋਂ ਘਰ ਜਾ ਢਾਹ ਦਿੱਤਾ। ਇਸੇ ਤਰ੍ਹਾਂ ਕਾਲ ਵੀ ਉਹਨੂੰ ਜਦੋਂ ਬਣਾਇਆ ਸਭ ਕੁਝ ਉਦੋਂ ਕੋਈ ਖੁਸ਼ੀ ਨਹੀਂ ਹੈ, ਜਦੋਂ ਤੋੜਿਆ ਕੋਈ ਗਮੀ ਨਹੀਂ ਹੈ। ਪਹਿਲਾਂ ਵੀ ਉਹ ਸਮਾਂ ਜਿਹੜਾ ਕਾਲ ਖੁਸ਼, ਹੁਣ ਵੀ ਖੁਸ਼, ਢਾਹ ਕੇ ਨਾਸ ਕਰਕੇ। ਬੱਚਿਆਂ ਵਾਲੀ ਲੀਲਾ ਹੀ ਹੈ, ਉਹਨੂੰ ਕੋਈ ਦੁੱਖ ਨਹੀਂ ਹੈ ਕਾਲ ਨੂੰ। ਸੂਰਜ ਚੰਦ ਗੋਏ ਕਰ ਹਾਥੇ, ਜਿਹੜੇ ਸੂਰਜ ਦੇ ਚੰਦਰਮਾ ਉਹ ਤੇ ਇਹਨੇ ਆਪਣੇ ਹੱਥਾਂ ਵਿੱਚ ਜਿਹੜੇ ਖਿੱਦੋ ਜੇ ਬਣਾਏ ਹੋਏ, ਖਿੱਦੋ ਕਰਕੇ ਰੱਖੇ ਹੋਏ। ਖੇਲਹ ਨਿਤ ਉਸ਼ਾਰ ਤਿਨ ਸਾਥੇ, ਸੂਰਜ ਚੰਦਰਮਾ ਨਾਲ ਉਹ ਕਾਲ ਜਿਹੜਾ ਹੈ ਨਾ ਉਹਨਾਂ ਨੂੰ ਉਛਾਲ ਉਛਾਲ ਕੇ ਖੇਡਦਾ ਹੈ। ਜਿਸ ਤਰ੍ਹਾਂ ਆ ਗੇਂਦੀ ਕਿਹੜੀ ਹੇਠ ਉੱਪਰ ਹੁੰਦੀ ਹੈ ਨਾ ਅਤੇ ਉਹਨਾਂ ਖੇਡਦੇ ਬੱਚੇ, ਇਸੇ ਤਰ੍ਹਾਂ ਬੱਚਿਆਂ ਵਾਲੀ ਲੀਲਾ ਕਰਦਾ ਕਾਲ। ਸੂਰਜ ਚੰਦਰਮਾ ਉਹਨੇ ਬਣਾਏ ਹੋਏ ਹੈ ਗੇਂਦ, ਅਤੇ ਇਹਨਾਂ ਨੂੰ ਉਛਾਲਦਾ ਕੀ ਹੈ, ਜਿਹੜੇ ਚੰਦਰਮਾ ਕਦੀ ਚੜ੍ਹ ਗਿਆ, ਕਦੀ ਸੂਰਜ ਚੜ੍ਹ ਗਿਆ, ਇੱਧਰੋਂ ਚੜ੍ਹ ਗਿਆ ਉੱਧਰ ਲੈ ਗਿਆ, ਇੱਧਰੋਂ ਲੈ ਗਿਆ ਉੱਧਰੋਂ ਚੜ੍ਹ ਗਿਆ। ਇਹ ਜਿਹੜਾ ਉਹਨਾਂ ਦਾ ਚੜ੍ਹਨਾ ਲਹਿਣਾ ਹੈ, ਇਹ ਮਾਨੋ ਇਹ ਗੇਂਦ ਹੇਠ ਉੱਪਰ ਹੋ ਰਹੀ ਹੈ ਉਹਦੇ ਹੱਥਾਂ ਵਿੱਚ ਕਾਲ ਦੇ। ਬ੍ਰਹਮ ਉਦੰਬਰ ਬਿਰਖ ਸਮਾਨਾ, ਜੋ ਬ੍ਰਹਮ ਪਰਮੇਸ਼ਰ ਹੈ ਉਹਦੇ ਜਿਹੜਾ ਗੁੱਲਰ ਦਾ ਬ੍ਰਿਸ਼ ਹੈ ਉਹਦੇ ਸਮਾਨ ਹੈ, ਬਰਾਬਰ ਹੈ। ਫਲ ਅਨੇਕ ਬ੍ਰਹਮੰਡ ਪਰਮਾਨਾ, ਜਿਹੜੇ ਕਰੋੜਾਂ ਕਰੋੜ ਅਨੇਕਾਂ ਹੀ ਬ੍ਰਹਮੰਡ ਹੈ ਉਸ ਪਰਮੇਸ਼ਰ ਦੇ ਰੋਮ ਰੋਮ ਵਿੱਚ, ਮਾਨੋ ਬ੍ਰਹਮ ਰੂਪੀ ਗੁੱਲਰ ਬ੍ਰਿਸ਼ ਨੂੰ ਅਨੇਕਾਂ ਬ੍ਰਹਮੰਡ ਫਲ ਲੱਗੇ ਹੋਏ ਵਿਸ਼ੇਸ਼ ਕਰਕੇ ਮੰਨ ਲਓ, ਜਾਣ ਲਓ। ਭਖਿਅਤ ਕਾਲ ਨਾ ਤ੍ਰਿਪਤ ਕਾਸੇ, ਜਿਹੜਾ ਕਾਲ ਹੈ ਇਹ ਕਿਸੇ ਤਰ੍ਹਾਂ ਵੀ ਅਨੇਕਾਂ ਹੀ ਜਿਹੜੇ ਬ੍ਰਹਮੰਡ ਇਹਨਾਂ ਨੂੰ ਭਖਦਾ ਖਾਂਦਾ ਰੱਜਦਾ ਹੀ ਨਹੀਂ ਹੈ, ਖਾਈ ਜਾਂਦਾ ਹੈ। ਕ੍ਰਿਤ ਅਹੋਤੀ ਪਾਵਕ ਜਾਸੇ, ਜਿਸ ਤਰ੍ਹਾਂ ਜਿਹੜੀ ਅੱਗ ਹੈ ਉਹਦੇ ਵਿੱਚ ਅਹੂਤੀ ਸਮੱਗਰੀ ਘਿਓ ਪਾਈ ਜਾਈਏ ਅਤੇ ਅੱਗ ਨਹੀਂ ਰੱਜਦੀ, ਜਿਵੇਂ ਅੱਗ ਰੱਜਦੀ ਨਹੀਂ ਹੈ ਘਿਓ ਲੱਕੜਾਂ ਨਾਲ। ਮੂਰਤ ਬਿਦਤ ਨਾ ਪਰਹਿ ਪਛਾਨੀ, ਸਿੱਖੋ ਉਸ ਕਾਲ ਦੀ ਜਿਹੜੀ ਪ੍ਰਗਟ ਮੂਰਤ ਸੂਰਤ ਸ਼ਕਲ ਸੂਰਤ ਹੈ, ਪ੍ਰਤੱਖ ਪਛਾਣੀ ਨਹੀਂ ਪੈਂਦੀ, ਜਾਣੀ ਨਹੀਂ ਪੈਂਦੀ ਵੀ ਕਿਹੋ ਜਿਹਾ ਉਹ ਸ਼ਕਲ ਸੂਰਤ ਤੋਂ। ਘਟੀ ਮਾਸ ਬਰਖਾ ਤੇ ਜਾਨੀ, ਬਸ ਆ ਘੜੀਆਂ ਮਹੀਨਿਆਂ ਸਾਲਾਂ ਤੋਂ ਜਾਣਿਆ ਜਾਂਦਾ ਕਾਲ ਨੂੰ। 24 ਮਿੰਟ ਹੋ ਗਏ ਕਹਿੰਦੇ ਘੜੀ ਹੋ ਗਈ ਹੈ, 30 ਦਿਨ ਬੀਤ ਕੇ ਕਹਿੰਦੇ ਮਹੀਨਾ ਹੋ ਗਿਆ, 365 ਦਿਨ ਬੀਤ ਕੇ ਕਹਿੰਦੇ ਸਾਲ ਹੋ ਗਿਆ। ਇਵੇਂ ਸਾਲਾਂ ਮਹੀਨਿਆਂ ਘੜੀਆਂ ਤੋਂ ਹੀ ਉਹਦੀ ਪਛਾਣ ਹੈ, ਇਹੀ ਉਹਦੀ ਸੂਰਤ ਜਾਣੀ ਜਾਂਦੀ ਹੈ। ਚੀਵਰ ਕਾਲ ਕਿਰਿਆ ਜਿਹ ਕਾ ਜਾਲਾ, ਜਿਸ ਕਾਲ ਦੀ ਚੀਵਰ ਉਹ ਜਿਹੜੇ ਮਹਿਰੇ ਹੁੰਦੇ ਮੱਛੀਆਂ ਫੜਨ ਵਾਲੇ, ਉਹ ਉਹਦੀ ਕਿਰਿਆ। ਜਿਵੇਂ ਚੀਵਰ ਉਹ ਕੀ ਕਰਦੇ ਵੀ ਜਾਲ ਸੁੱਟ ਕੇ ਦੇ ਆਪਣਾ ਮੱਛੀਆਂ ਫਸਾਈ ਜਾਂਦੇ ਜਾਲ ਵਿੱਚ, ਇਵੇਂ ਚੀਵਰ ਵਾਲੀ ਕਿਰਿਆ ਹੈ ਕਾਲ ਦੀ। ਅਤੇ ਕਾਲ ਦੀ ਕਿਰਿਆ ਕੀ ਹੈ, ਇਹਦੇ ਹੱਥ ਵਿੱਚ ਜਾਲ ਹੈ। ਫਸੇ ਜੀਵ ਤਿਸ ਮਾਹੇ ਵਿਸਾਲਾ, ਜਿਸ ਕਾਲ ਦੇ ਜਾਲ ਵਿੱਚ ਜੀਵ ਰੂਪੀ ਮੱਛੀਆਂ ਜੀਵ ਜੰਤੂ ਬਹੁਤ ਉਸ ਵਿੱਚ ਆਣ ਫਸੇ ਹੋਏ ਹੈ, ਸਭ ਭਾਵ ਸਮੇਂ ਵਿੱਚ ਹੀ ਫਸੇ ਹੋਏ ਹੈ। ਛੂਟਨ ਹੋਏ ਨਾ ਸੇ ਕਹਿ ਭਾਂਤੀ, ਉਹਨਾਂ ਜੀਵਾਂ ਦਾ ਜੀਵ ਰੂ ਮੱਛੀਆਂ ਦਾ ਕਿਸੇ ਤਰ੍ਹਾਂ ਵੀ ਇਸ ਜਾਲ ਵਿੱਚੋਂ ਛੁੱਟਣਾ ਨਹੀਂ ਹੁੰਦਾ ਹੈ। ਦੁੱਖ ਮਹਿ ਪਚਹਿ ਨਾ ਪਾਵਹਿ ਸ਼ਾਂਤੀ, ਦੁੱਖ ਵਿੱਚ ਹੀ ਪਚਦੇ ਖਪਦੇ ਮਰਦੇ ਹੈ ਤੇ ਕੋਈ ਸ਼ਾਂਤੀ ਨਹੀਂ ਪਾਉਂਦੇ ਹੈ। ਜੇ ਤਿਕ ਹੈ ਪਰ ਪੰਚ ਪਸਾਰਾ, ਗੁਰੂ ਮਹਾਰਾਜ ਕਹਿਣ ਲੱਗੇ ਸਿੱਖੋ ਜਿੰਨਾ ਹੀ ਆ ਵਿਸ਼ੇਸ਼ ਕਰਕੇ ਪੰਜ ਤੱਤਾਂ ਤੋਂ ਬਣਿਆ ਹੈ ਸ੍ਰਿਸ਼ਟੀ ਦਾ ਪਸਾਰਾ ਫੈਲਾਓ। ਕਈ ਬਾਰ ਕੀ ਅਕਾਲ ਆਹਾਰਾ, ਉਸ ਕਾਲ ਨੇ ਇੱਕ ਵਾਰ ਨਹੀਂ ਕਈ ਵਾਰ ਇਹਦਾ ਆਹਾਰ ਕਰ ਲਿਆ, ਭੋਜਨ ਕਰ ਲਿਆ, ਚੱਬ ਲਿਆ, ਗਰਸ ਲਿਆ, ਨਿਗਲ ਲਿਆ। ਬਹੁਰੋ ਰਚਾ ਸੁਖੇਨ ਸੰਵਰ ਕਾ, ਫਿਰ ਜਿਹੜਾ ਨਾ ਉਹ ਬੜਾ ਸੌਖੇ ਢੰਗ ਨਾਲ ਹੀ ਬਣਾ ਸਵਾਰ ਕੇ ਰਚ ਲੈਂਦਾ ਹੈ ਵੀ ਉਹਨੂੰ ਕੋਈ ਪਰਵਾਹ ਨਹੀਂ ਹੈ, ਝੱਟ ਹੀ ਉਹ ਨਿਗਲ ਲੈਂਦਾ, ਫਿਰ ਸਵਾਰ ਲੈਂਦਾ ਝੱਟ ਮਾਤਰੀ। ਦ੍ਰੋਹਣ ਵਿਸ਼ਨ ਸ਼ਿਵ ਨਿਜ ਤਨ ਧਰ ਕਾ, ਉਹ ਆਪ ਹੀ ਜਿਹੜਾ ਬ੍ਰਹਮਾ ਦਾ ਸਰੀਰ ਧਾਰ ਲੈਂਦਾ ਹੈ, ਆਪ ਹੀ ਉਹ ਕਾਲ ਵਿਸ਼ਨੂੰ ਦਾ ਸਰੀਰ ਧਾਰ ਲੈਂਦਾ ਹੈ, ਆਪ ਹੀ ਉਹ ਸ਼ਿਵ ਜੀ ਦਾ ਸਰੀਰ ਧਾਰ ਲੈਂਦਾ ਹੈ।
ਭਾਵ ਤਿੰਨੇ ਸਮੇਂ ਵਿੱਚ ਪੈਦਾ ਹੋ ਜਾਂਦੇ ਆ, ਬ੍ਰਹਮਾ, ਸ਼ਿਵ ਜੀ, ਵਿਸ਼ਨੂੰ। ਅੰਤਰ ਧਿਆਨ ਕਰੈ ਪੁਨ ਤਾਹੀ। ਫਿਰ ਉਹਨਾਂ ਤਿੰਨਾਂ ਦੇਵਤਿਆਂ ਨੂੰ ਅੰਤਰ ਧਿਆਨ ਅਲੋਪ ਕਰ ਲੈਂਦਾ। ਜਦੋਂ ਅਲੋਪ ਕਰ ਲੈਂਦਾ ਤਿੰਨ ਦੇਵਤੇ, ਤੇ ਸ੍ਰਿਸ਼ਟੀ ਆਪਣੇ ਆਪ ਹੀ ਵਿੱਚ ਹੀ ਲੈ ਹੋ ਜਾਂਦੀ ਹੈ। ਗ੍ਰਸਾ ਸਕਲ ਕੋ ਤਜਾ ਨਾ ਕਾਹੀ। ਸਾਰਿਆਂ ਨੂੰ ਗ੍ਰਸ ਲੈਂਦਾ, ਨਿਗਲ ਲੈਂਦਾ, ਲੰਘਾ ਲੈਂਦਾ, ਕਿਸੇ ਨੂੰ ਨਹੀਂ ਛੱਡਦਾ। ਇਹ ਕਾਲ ਸਮਾਂ ਕੌਣ ਹੈ ਜਿਹੜਾ ਅਜੇ ਤੱਕ ਬਚਿਆ ਹੈਗਾ ਇੱਥੇ? ਬਿਨ ਕਰਨਾ ਤੇ ਕਰੂਰ ਵਿਸਾਲਾ। ਇਹ ਜਿਹੜਾ ਸਿੱਖੋ ਕਾਲ ਹੈ ਨਾ, ਸਮਾਂ, ਮੌਤ, ਇਹ ਬਿਨਾ ਕਰਨਾ ਤਰਸ ਦਇਆ ਤੋਂ ਹੈ। ਬਕਰੂਰ ਵਿਸਾਲਾ ਬੜਾ ਕਰੜਾ ਸੁਭਾਅ ਦਾ, ਕਰੜਾ ਹੀ ਸਖਤੀ ਹੈ। ਮ੍ਰਿਗ ਬ੍ਰਹਮੰਡ ਕਹਿਰੀ ਕਾਲਾ। ਤੇ ਇਹ ਕਾਲ ਕਹਿਰੀ ਸ਼ੇਰ ਵਾਂਗੂ ਹੈ, ਬੜਾ ਹੜੱਪਣ ਵਾਲਾ ਸ਼ਿਕਾਰੀ। ਤੇ ਜਿਹੜੇ ਬ੍ਰਹਮੰਡ ਹੈ ਇਹ ਹੈ ਹਿਰਨ ਦੀ ਨਿਆਈ। ਜਿਵੇਂ ਸ਼ੇਰ ਹਿਰਨ ਨੂੰ ਨਹੀਂ ਛੱਡਦਾ, ਇਵੇਂ ਸਮਾਂ ਰੂਪੀ, ਮੌਤ ਰੂਪੀ, ਕਾਲ ਰੂਪੀ ਕਹਿਰੀ ਸ਼ੇਰ ਬ੍ਰਹਮੰਡਾਂ ਹਿਰਨਾਂ ਨੂੰ ਚੱਖੀ ਜਾਂਦਾ, ਨਿਗਲੀ ਜਾਂਦਾ, ਲੰਘਾਈ ਜਾਂਦਾ, ਦਬੋਚੀ ਜਾਂਦਾ ਹੈ। ਦੋਹਰਾ ਕਮਲ ਫੂਲ ਅਦਭੁਤ ਹੈ। ਮਹਾਰਾਜ ਉਹ ਵਿਸ਼ੇਸ਼ਤਾ ਦੱਸ ਰਿਹਾ ਵੀ ਇਹ ਕਾਲ ਨੇ ਸਭ ਨੂੰ ਨਿਗਲ ਲਿਆ ਹੈ, ਪਰ ਉਸ ਨੂੰ ਨਹੀਂ ਨਿਗਲ ਸਕਿਆ ਜੋ ਕਾਲਣ ਕੋ ਕਾਲ ਮਹਾਕਾਲਣ ਕੋ ਮਹਾਕਾਲ ਹੈ। ਜਿਹੜਾ ਕਾਲਾਂ ਦਾ ਕਾਲ ਹੈ ਨਾ, ਪਰਮਾਤਮਾ ਵਾਹਿਗੁਰੂ, ਜਿਹਨੂੰ ਅਕਾਲ ਮੂਰਤ ਮਹਾਰਾਜ ਜੀ ਨੇ ਆਪ ਕਿਹਾ ਹੈ, ਉਹਨੂੰ ਨਹੀਂ ਇਹ ਨਿਗਲ ਸਕਿਆ ਹੈ। ਜੋ ਕਮਲ ਫੁੱਲ ਹੈ ਅਦਭੁਤ ਅਸਚਰਜੀ ਹੈ। ਬਚਿਓ ਤਾਹੇ ਤੇ ਸੋਏ। ਬਸ ਉਸ ਕਾਲ ਤੋਂ ਹੀ ਬਚਿਆ ਹੈ ਜਾਂ ਕਮਲ ਫੁੱਲ ਅਦਭੁਤ। ਕਿਉਂਕਿ ਕਮਲ ਫੁੱਲ ਦੇ ਵਿੱਚ ਕੌਣ? ਪਰਮੇਸ਼ਰ ਨਾਰਾਇਣ ਰਹਿੰਦਾ ਹੈ। ਕਮਲ ਫੁੱਲ ਤੇ ਕਮਲ ਫੁੱਲ ਦੀ ਨਿਆਈ ਜਿਹੜਾ ਦੀ ਨਾਭੀ ਜੋ ਪੈਦਾ ਹੋਇਆ ਹੈ, ਉਹ ਕਮਲ ਫੁੱਲ ਅਸਚਰਜੀ ਹੈ। ਇੱਕ ਉਹੀ ਉਹ ਬਚਿਆ ਹੈ ਉਸ ਕਾਲ ਤੋਂ। ਬ੍ਰਹਮਾ ਵੀ ਸਭ ਲੰਘ ਜਾਂਦੇ ਹੈ। ਇੱਕ ਹੈ, ਇਹ ਵੀ ਬੜੀ ਅੰਦਰਲੀ ਸਾਧ ਸੰਗਤ ਜੀ ਵਿਚਾਰ ਹੈ ਕਿ ਵਿਸ਼ਨੂੰ ਭਗਵਾਨ ਤੇ ਅੰਤਮ ਮੰਨਦੇ ਹੈ। ਇੱਕ ਹੈ ਵਿਸ਼ਨੂੰ ਭਗਵਾਨ। ਜਦੋਂ ਆਪਾਂ ਗੁਰੂ ਮਹਾਰਾਜ ਦੀ ਬਾਣੀ ਪੜ੍ਹਾਂਗੇ ਤੇ ਇਹਦੇ ਵਿੱਚ ਹੀ ਸਰੂਪ ਵਿਸ਼ਨੂੰ ਭਗਵਾਨ ਦਾ ਆਉਂਦਾ ਭੱਟਾਂ ਦੀ ਸੋਈਆਂ ਵਿੱਚ। ਕਵੀ ਸਾਹਿਬ ਜੀ ਨੇ ਸੱਚਖੰਡ ਦਾ ਜਦੋਂ ਕਥਨ ਕੀਤਾ ਉਦੋਂ ਵੀ ਉਹੀ ਸਰੂਪ ਦਾ ਬਿਆਨ ਕੀਤਾ ਹੈ। ਇੱਥੇ ਅੱਗੇ ਇਤਿਹਾਸ 'ਚ ਕੱਲ੍ਹ ਪਰਸੋਂ ਤੱਕ ਆ ਜਾਣਾ, ਉਦੋਂ ਵੀ ਇਹੀ ਵਿਸ਼ਨੂੰ ਭਗਵਾਨ ਦਾ ਸਰੂਪ ਹੀ ਪ੍ਰਗਟ ਕੀਤਾ ਹੈ। ਅਤੇ ਕਈ ਸੁਣ ਸੁਣਾ ਕੇ ਸਮਝਦੇ ਵੀ ਇਹ ਵਿਸ਼ਨੂੰ ਭਗਵਾਨ ਦਾ ਕਥਨ ਕੀਤਾ ਹੈ ਜੀ, ਇਸ ਕਰਕੇ ਸਹੀ ਨਹੀਂ ਹੈ। ਪਰ ਅਸਲ ਵਿੱਚ ਇੱਕ ਹੈ ਵਿਸ਼ਨੂੰ ਭਗਵਾਨ, ਇੱਕ ਹੈ ਮਹਾਂਵਿਸ਼ਨੂੰ। ਜਿਵੇਂ ਇੱਕ ਥੱਲੇ ਮੰਤਰੀ ਹੈ, ਇੱਕ ਪ੍ਰਧਾਨ ਮੰਤਰੀ ਹੈ, ਉਹ ਪਰਮਾਤਮਾ ਹੈ ਮਹਾਂਵਿਸ਼ਨੂੰ। ਅਤੇ ਮਹਾਂਵਿਸ਼ਨੂੰ ਦੀ ਨਾਭੀ ਵਿੱਚੋਂ ਹੀ ਸਾਧ ਸੰਗਤ ਜੀ ਬ੍ਰਹਮਾ ਪੈਦਾ ਹੋਇਆ ਹੈ। ਸ੍ਰਿਸ਼ਟੀ ਸਾਰੀ ਉੱਥੋਂ ਹੀ ਪੈਦਾ ਹੋਈ ਹੈ। ਅਤੇ ਵਿਸ਼ਨੂੰ ਭਗਵਾਨ ਨੇ ਤੇ ਤਪ ਕਰਕੇ, ਬੜਾ ਲੰਬਾ ਸਾਧਨ ਕਰਕੇ ਵਾਹਿਗੁਰੂ ਤੋਂ ਇਹ ਮੰਗ ਮੰਗੀ ਸੀ, ਮਹਾਰਾਜ ਮੈਨੂੰ ਤੁਹਾਡਾ ਸਰੂਪ ਚਾਹੀਦਾ ਹੈ, ਬਿਲਕੁਲ ਹੂ ਬਹੂ ਇਹੀ। ਅਤੇ ਤਾਂ ਵਿਸ਼ਨੂੰ ਭਗਵਾਨ ਜੀ ਨੂੰ ਸਰੂਪ ਮਿਲਿਆ, 4 ਬਾਹਾਂ ਵਾਲਾ, ਮੁਕਟ ਮੋਰ ਬੈਜੰਤੀ ਮਾਲਾ, ਪੀਤੰਬਰ ਵਸਤਰ। ਜਿਵੇਂ ਭਗਤ ਜੀ ਕਹਿੰਦੇ ਪੀਤੰਬਰ ਵਾਂਕੇ ਹਿਰਦੈ ਵਸੈ। ਹੁਣ ਪੀਤ ਪੀਲੇ ਅੰਬਰਾਂ ਵਾਲਾ, ਵਸਤਰਾਂ ਵਾਲਾ ਅਤੇ ਪਰਮੇਸ਼ਰ ਵਾਹਿਗੁਰੂ ਹੀ ਹੈ। ਅਤੇ ਵਿਸ਼ਨੂੰ ਭਗਵਾਨ ਵੀ ਪੀਲੇ ਅੰਬਰਾਂ ਵਾਲਾ ਹੀ ਹੈ, ਸ਼੍ਰੀ ਕ੍ਰਿਸ਼ਨ ਭਗਵਾਨ ਵੀ ਪੀਲੇ ਅੰਬਰਾਂ ਵਾਲੇ ਹੀ ਹੈ। ਇਸ ਤਰ੍ਹਾਂ ਜੋ ਮਹਾਂਵਿਸ਼ਨੂੰ ਪਰਮੇਸ਼ਰ ਹੈ, ਉਹਦਾ ਕਥਨ ਹੈ ਵੀ ਕਮਲ ਫੁੱਲ ਅਦਭੁਤ ਹੈ। ਜੋ ਕਮਲ ਫੁੱਲ ਦੀ ਨਿਆਈ ਅਦਭੁਤ ਅਸਚਰਜੀ ਹੈ ਨਾ, ਬ੍ਰਹਮ ਪਰਮੇਸ਼ਰ ਵਿਆਪਕ, ਬਸ ਉਹੀ ਉਸ ਕਾਲ ਤੋਂ ਬਚਿਆ ਹੈ, ਉਹ ਕਾਲ ਵਿੱਚ ਹੈ ਨਹੀਂ ਹੈ। ਨਹ ਸਮੀਪ ਤਹ ਜਾਵਈ। ਇਹ ਜੋ ਮਹਾਬਲੀ ਕਾਲ ਖਵਾਉਂਦਾ ਆਪਣੇ ਆਪ ਨੂੰ, ਇਹ ਉਸ ਮਹਾਬਲੀ ਮਹਾਂਵਿਸ਼ਨੂੰ ਭਗਵਾਨ ਪਰਮੇਸ਼ਰ ਦੇ ਪਾਸ ਨਹੀਂ ਜਾਂਦਾ ਜੋ ਬ੍ਰਹਮ ਹੈ। ਰਹਿਓ ਬਿਨਾ ਬਲ ਹੋਏ। ਉੱਥੇ ਬਿਨਾ ਬਲ ਤੋਂ ਹੋ ਕੇ ਰਹਿਆ ਕਾਲ, ਕਿਉਂਕਿ ਇਹਨੂੰ ਵੀ ਉਹਨੇ ਪੈਦਾ ਕੀਤਾ ਹੈ। ਚੌਪਈ ਸ਼ਾਂਤ ਮੈਤਰੀ ਅੰਕੁਰ ਤਾਸੋ। ਉਸ ਕਮਲ ਫੁੱਲ ਅਸਚਰਜ ਬ੍ਰਹਮ ਪਰਮੇਸ਼ਰ ਦੇ ਜਿਹੜੇ ਸ਼ਾਂਤੀ ਹੈ, ਮੈਤਰੀ ਮਿੱਤਰਤਾ ਹੈ, ਇਹ ਉਸ ਕਮਲ ਫੁੱਲ ਬ੍ਰਹਮ ਦੇ ਅੰਕੁਰ ਹਨ, ਅੰਕੁਰ ਹਨ। ਚੇਤਨਤਾ ਮਾਤਰ ਪ੍ਰਕਾਸ਼ੋ। ਬਸ ਉੱਥੇ ਤੇ ਪ੍ਰਕਾਸ਼ ਚੇਤਨਤਾ ਹੀ ਹੈ, ਪ੍ਰਕਾਸ਼ ਮਾਤਰ ਹੀ ਚੇਤਨਤਾ ਹੈ।
ਭਾਵ ਉੱਥੇ ਸਿਰਫ ਪ੍ਰਕਾਸ਼ ਹੀ ਪ੍ਰਕਾਸ਼, ਉੱਥੇ ਕੋਈ ਸਮਾਂ ਸੁਮਾ ਨਹੀਂ ਹੈ। ਇਸ ਮਹਿ ਕਾਲ ਲੀਨ ਹੋਏ ਜਾਵਹਿ। ਉਸ ਚੇਤਨਤਾ ਮਾਤਰ ਪ੍ਰਕਾਸ਼ ਵਿੱਚ ਹੀ ਇਹ ਜਿਹੜਾ ਕਾਲ ਹੈ ਲੀਨ ਹੋ ਜਾਂਦਾ, ਉੱਥੇ ਹੀ ਇਹ ਗੁਪਤ ਲੋਪ ਹੋ ਜਾਂਦਾ ਹੈ। ਤਿਹ ਤਜ ਅਪਰ ਸਰਬ ਕੋ ਖਾਵਹਿ। ਉਸ ਬ੍ਰਹਮ ਵਿੱਚ ਆਪ ਜਾ ਕੇ ਲੀਨ ਹੋ ਜਾਂਦਾ, ਭਾਵ ਉੱਥੇ ਆਪ ਹੀ ਖਾਧਾ ਜਾਂਦਾ ਹੈ। ਇੱਕ ਉਸ ਬ੍ਰਹਮ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਖਾਂਦਾ ਇਹ ਕਾਲ। ਸਗਲ ਕਾਲ ਕਾ ਕੀਆ ਤਮਾਸਾ ਹੀ ਹੈ। ਤਾਂ ਤੇ ਸ਼ਬਦ ਕਰਹੁ ਅਭਿਆਸਾ। ਇਸ ਕਰਕੇ ਸਿੱਖੋ ਜੋ ਸਾਡੀ ਗੁਰਬਾਣੀ ਦੇ ਸ਼ਬਦ ਹੈ, ਉਹ ਸ਼ਬਦਾਂ ਦਾ ਅਭਿਆਸ ਕਰੋ, ਬਾਰ-ਬਾਰ ਕਮਾਈ ਕਰੋ। ਸਗਲ ਭੇਦ ਹੋਏ ਪ੍ਰਕਾਸ਼ਾ। ਫਿਰ ਇਹ ਜਿਹੜੇ ਕਾਲ ਦਾ ਸਾਰਾ ਭੇਦ ਹੀ ਹੈ ਨਾ, ਪ੍ਰਕਾਸ਼ਾ ਕਹੀਏ ਪ੍ਰਗਟ ਹੋ ਜਾਏਗਾ। ਸੁਨ ਸਿੱਖੋ ਸਭ ਤਜਹੁ ਵਿਖਾਦਾ। ਮਹਾਰਾਜ ਕਹਿੰਦੇ ਸਿੱਖੋ ਸੁਣੋ, ਜਿਹੜਾ ਤੁਸੀਂ ਵਿਖਾਦਾ ਆ ਦੁੱਖ ਜਿਹਾ ਮਨਾਇਆ ਨਾ ਵੀ ਮਹਾਰਾਜ ਸਰੀਰ ਕਰਕੇ ਚਲੇ ਜਾਣਗੇ, ਤੇ ਇਹ ਸਰੀਰ ਪੰਜ ਤੱਤਾਂ ਦੀ ਦੇਹ ਕਾਲ ਦੇ ਵਿੱਚ ਹੀ ਹੈ। ਤੇ ਇਸ ਕਰਕੇ ਵੀ ਮਹਾਰਾਜ ਚਲੇ ਜਾਣਗੇ ਤੇ ਉਹ ਤੁਸੀਂ ਵਿਖਾਦਾ ਸਭ ਜਿਹੜਾ ਵਿਰਾਗ ਕਰਦੇ ਹੋ, ਮੋਹ ਕਰਕੇ, ਸਰੀਰ ਦੇ ਮੋਹ ਕਰਕੇ ਛੱਡ ਦਿਓ। ਖਵੈ ਤਨ ਅਹੰ ਸਮਾਰਹੁ ਆਦਾ। ਸਰੀਰ ਦੀ ਜਿਹੜੀ ਹੈ ਨਾ ਹੰਗਤਾ ਨਾਸ ਕਰਕੇ ਇੱਕ ਆਪਦਾ ਕਹੀਏ ਪਰਮੇਸ਼ਰ ਵਾਹਿਗੁਰੂ ਨੂੰ ਹੀ ਸੰਭਾਲੋ। ਜਗਤ ਅਸਾਰ ਜਾਣ ਕਰ ਸਾਰੋ। ਐਵੇਂ ਜਿਹੜਾ ਜਗਤ ਹੈ, ਸੰਸਾਰ ਨੂੰ ਅਸਾਰ, ਝੂਠਾ, ਮਿੱਥਿਆ, ਨਾਸਵਾਨ ਜਾਣ ਕੇ ਤੇ ਹਿਰਦੇ ਵਿੱਚੋਂ ਭੁਲਾਓ। ਸਾਰ ਵਿਚਾਰ ਭਲੇ ਉਰ ਧਾਰੋ। ਪਿਛੇ ਪਾੜੇ ਜਗਤ ਅਸਾਰ ਜਾਣ ਕਰ ਸਾਰੋ। ਸਾਰਾ ਜਗਤ ਜਿਹੜਾ ਝੂਠਾ, ਮਿੱਥਿਆ, ਨਾਸਵਾਨ ਹੀ ਜਾਣੋ। ਸਾਰ ਵਿਚਾਰ ਭਲੇ ਉਰ ਧਾਰੋ। ਜੋ ਸਾਰ ਹੈ ਨਾ ਸ੍ਰੇਸ਼ਟ, ਜੋ ਸਾਰ ਹੈ ਨਾ ਸੱਚ ਬ੍ਰਹਮ ਪਰਮੇਸ਼ਰ, ਉਹਦੀ ਚੰਗੀ ਵਿਚਾਰ ਕਰਕੇ ਉਹਨੂੰ ਦਿਲ ਵਿੱਚ ਧਾਰੋ। ਉਹੀਓ ਹੈ ਸੱਤ, ਬਾਕੀ ਸਭ ਅਸਾਤੀ ਹੈ। ਮੋਖ ਸਦਨ ਕੀ ਇਹ ਸਤਨ ਸ਼੍ਰੇਣੀ। ਇਹ ਜਿਹੜਾ ਸਰੀਰ ਹੈ ਤੇ ਮੁਕਤੀ ਦੇ ਘਰ ਦੀ ਬੜੀ ਵੱਡੀ ਪੌੜੀ ਹੈ ਪਾਰ ਲੰਘਣ ਲਈ। ਸਿਮਰਹੁ ਸਤ ਨਾਮ ਦਿਨ ਰਾਨੀ। ਇਸ ਕਰਕੇ ਸਰੀਰ ਦੇ ਨਾਲ ਰਾਤ ਦਿਨ ਭਾਈ ਸਤਿਨਾਮ ਵਾਹਿਗੁਰੂ ਨੂੰ ਸਿਮਰੋ। ਇਹ ਸਾ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹੀ ਇਹਦਾ ਲਾਹਾ ਹੈ ਸਰੀਰ ਦਾ। ਇਸ ਪ੍ਰਕਾਰ ਉਪਦੇਸ਼ ਕਨੇਰਾ। ਇਸ ਤਰ੍ਹਾਂ ਨਾਲ ਮਹਾਰਾਜ ਜੀ ਨੇ ਬਹੁਤ ਮਹਾਨ ਪਰਮੇਸ਼ਰ ਦੀ ਵਿਆਪਕਤਾ ਦਾ, ਪਰਮੇਸ਼ਰ ਦੇ ਮਹਾਬਲੀ ਹੋਣ ਦਾ ਉਪਦੇਸ਼ ਦਿੱਤਾ। ਦੇ ਕਰ ਗਿਆਨ, ਦੇ ਕਰ ਗੁਰ ਅਗਿਆਨ ਕਟੇਰਾ। ਗੁਰੂ ਜੀ ਨੇ ਉਪਦੇਸ਼ ਦੇ ਕੇ ਸਭ ਸਿੱਖਾਂ ਦਾ ਗਿਆਨ ਕੱਟਿਆ, ਮੋਹ ਜਿਹਾ ਤੋੜ ਕੇ ਰੱਖ ਦਿੱਤਾ। ਹੋਤ ਭਇਓ ਅਰਨੋਦਾ ਕਾਲਾ। ਇੱਧਰ ਜਿਹੜਾ ਹੈ ਨਾ ਸੂਰਜ, ਉਹਦੇ ਹੋਣ ਦਾ ਸਮਾਂ ਹੋ ਗਿਆ। ਨਿਗਸੇ ਤਿਹ ਸ਼ਨ ਵਹਰ ਕਿਰਪਾਲਾ। ਦਿਆਲੂ ਕਿਰਪਾਲੂ ਮਹਾਰਾਜ ਜੀ ਉਸ ਵੇਲੇ ਧਰਮਸ਼ਾਲਾ ਜੋ ਬਾਹਰ ਨਿਕਲੇ। ਜੈ ਜੈਕਾਰ ਹੋਏ ਚੌਫੇਰੇ। ਚਾਰ ਸਫੇਰੇ ਮਹਾਰਾਜ ਜੀ ਦੀ ਜੈ ਜੈਕਾਰੀ ਹੋ ਰਹੀ ਹੈ। ਸੰਗਤ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ। ਪੜ੍ਹਾਂ ਵੇਦ ਧੁਨ ਸ਼ਬਦ ਕਨੇਰੇ। ਜਿਹੜੇ ਵੇਦ ਪਾਠੀ ਵਿਦਵਾਨ ਵਿਪਰ ਬ੍ਰਾਹਮਣ ਸਨ, ਉਹ ਵੇਦ ਦੀ ਧੁਨੀ ਵਿੱਚ ਬੜੀ ਉੱਚੀ ਆਵਾਜ਼ ਵਿੱਚ ਪੜ੍ਹਦੇ ਹੈ। ਗੁਰੂ ਕੇ ਸਿੱਖ ਗੁਰਬਾਣੀ ਦੇ ਸ਼ਬਦ ਪੜ੍ਹਦੇ ਹੈ। ਜਿਹੜੇ ਗੁਰਬਾਣੀ ਨਹੀਂ ਪੜ੍ਹ ਸਕਦੇ, ਉਹ ਸਤਿਨਾਮ ਵਾਹਿਗੁਰੂ ਦੇ ਸ਼ਬਦ ਨੂੰ ਬਹੁਤਾ ਬਹੁਤਾ ਪੜ੍ਹ ਰਹੇ ਉੱਚੀ ਉੱਚੀ। ਕੁਸ਼ਾ ਮ੍ਰਿਦਲ ਜਹ ਰੁਚਿਰ ਬਿਛਾਨਾ। ਜਿੱਥੇ ਬੜੀ ਕੋਮਲ ਤੇ ਸੋਹਣੀ ਕੁਸ਼ਾ ਦੱਬ ਹਰੀ ਹਰੀ ਦਾ ਵਿਛਾਉਣਾ ਵਿਛਾਇਆ ਸੀ। ਕਹਾਂ ਜਾਏ ਪੌਡੇ ਗੁਣ ਭਾਨਾ। ਗੁਣਾ ਦੇ ਘਰ ਗੁਰੂ ਮਹਾਰਾਜ ਜੀ ਉਸ ਕੁਸ਼ਾ ਦੇ ਉੱਪਰ ਜਾ ਕੇ ਵਿਰਾਜਮਾਨ ਹੋ ਗਏ, ਲੇਟ ਗਏ। ਗੁਣਤ ਸੁਲਖਣੀ ਔਰ ਇਸ ਭਾਂਤੀ। ਇਸ ਤਰ੍ਹਾਂ ਮਾਤਾ ਸੁਲੱਖਣੀ ਜੀ ਹ੍ਰਿਦੇ ਵਿੱਚ ਵਿਚਾਰ ਕੇ ਵੀ ਮਹਾਰਾਜ ਜੀ ਤੇ ਲੇਟ ਰਹੇ ਹੈ। ਮਮ ਸੁਤ ਝੂਰਹਗੇ ਪਛਾਤੀ। ਮਾਤਾ ਜੀ ਨੇ ਵਿਚਾਰਿਆ ਵੀ ਜੇ ਸਤਿਗੁਰੂ ਜੀ ਜੋਤੀ ਜੋ ਸਮਾ ਗਏ ਤੇ ਸਾਡੇ ਸੁਪੁੱਤਰ ਦੋਨੋਂ ਹੀ ਪਿੱਛੋਂ ਬੜਾ ਝੂਰਨਗੇ। ਮਿਲੇ ਨਾ ਆਨ ਜਨਕ ਤੇ ਮਿਲੇ ਨਾ ਆਨ ਜਨਕ ਕੇ ਤਾਈ। ਉਹ ਪਿੱਛੋਂ ਬੜਾ ਝੂਰਨਗੇ ਕਿ ਪਿਤਾ ਜੀ ਦੇ ਜੋਤੀ ਜੋ ਸਮਾ ਗਏ ਹੈ
ਤੇ ਅਸੀਂ ਵੀ ਮਗਰੋਂ ਵੀ ਆਣ ਕੇ ਪਿਤਾ ਜੀ ਨੇ 2 ਵਾਰੀ ਬੁਲਾਇਆ ਸੀ, ਆਣ ਕੇ ਮਿਲੇ ਨਹੀਂ ਆ। ਤਨਕ ਪ੍ਰਤੀਤ ਨਾ ਤਿਨ ਕੋ ਆਈ। ਤਨਕ ਥੋੜੀ ਮਾਤਰੀ ਪ੍ਰਤੀਤੀ ਭਰੋਸਾ ਇਹਨਾਂ ਨੂੰ ਆਇਆ ਹੀ ਨਹੀਂ ਹੈ ਕਿ ਮਹਾਰਾਜ ਜੀ ਨੂੰ ਅਸੀਂ ਮਿਲੇ ਨਹੀਂ, ਉਹਦੇ ਜੋਤੀ ਜੋ ਸਮਾ ਜਾਣਗੇ। ਤਬ ਠਾਂਡੀ ਹੋਇ ਪ੍ਰਭੂ ਅਗਾਰੀ। ਤਦੋਂ ਮਾਤਾ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਅੱਗੇ ਖੜੋ ਕੇ ਹਾਥ ਬੰਦ ਅਸ ਗਿਰਾ ਉਚਾਰੀ। ਦੋਵੇਂ ਹੱਥ ਜੋੜ ਕੇ ਬਚਨ ਕਿਹਾ ਕਿ ਸੁਆਮੀ ਪਤੀ ਜੀ, ਅਬ ਕੇ ਪੁਨ ਨਿਜ ਤਾਤਨ ਤਾਈ। ਮਹਾਰਾਜ ਮੇਰੀ ਇੱਕ ਅਖੀਰਲੀ ਬੇਨਤੀ ਹੈ ਕਿ ਤੁਸੀਂ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਸੁਪੁੱਤਰ ਲਖਮੀ ਦਾਸ ਨੂੰ ਇੱਕ ਵਾਰ ਬੁਲਾ ਲਓ। ਪਠਹੁ ਬੁਲਾਏ ਪਾਸ ਗੋਸਾਈ। ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਕਿਸੇ ਸਿੱਖ ਨੂੰ ਉਹਨਾਂ ਪਾਸ ਭੇਜ ਕੇ ਤੇ ਉਹਨਾਂ ਨੂੰ ਕੋਲ ਬੁਲਾ ਲਓ ਜੀ। ਆਵਹਿਗੇ ਅਬ ਮਾਨਹਿ ਬਾਨਾ। ਮਹਾਰਾਜ ਮੈਨੂੰ ਯਕੀਨ ਹੈ ਵੀ ਹੁਣ ਆਪ ਜੀ ਦਾ ਬਚਨ ਮੰਨ ਕੇ ਜ਼ਰੂਰ ਆਉਣਗੇ ਤੀਜੀ ਵਾਰ ਤੇ। ਸ਼ਿਮਾ ਛੇਤਰ ਤੁਮ ਸ੍ਰੀ ਗੁਣ ਐਨਾ। ਗੁਰੂ ਸਾਹਿਬ ਜੀ ਤੁਸੀਂ ਦੇ ਗੁਣਾਂ ਦੇ ਘਰ ਹੋ, ਖਿਮਾ ਦੇ ਤੇ ਖੇਸ਼ੇਤਰਿਓ ਸਥਾਨਿਓ, ਵੀ ਤੁਹਾਡੇ ਅੰਦਰ ਦਿਆਲਤਾ ਹੈਗੀ ਹੈ ਵੀ ਚਲੋ 2 ਵਾਰ ਨਹੀਂ ਆਏ, ਤੀਜੀ ਵਾਰ ਮਹਾਰਾਜ ਫਿਰ ਬੁਲਾ ਲਓ ਇੱਕ ਵਾਰ। ਨੀਕੀ ਬਾਤ ਮਿਲ ਹੈ ਇਸ ਕਾਲਾ। ਜੇ ਮਹਾਰਾਜ ਇਸ ਸਮੇਂ ਆਪ ਜੀ ਨੂੰ ਮਿਲ ਜਾਏ ਤੇ ਬੜੀ ਚੰਗੀ ਗੱਲ ਹੋ ਜਾਏ। ਪੁੱਤਰ ਆਪ ਜੀ ਤੋਂ ਵਾਂਝੇ ਨਾ ਰਹਿ ਜਾਣ, ਸਖਣੇ ਨਾ ਰਹਿ ਜਾਣ ਕਿਤੇ। ਬਿਨੈ ਮਾਨੀਏ ਮੇਰੀ ਦਿਆਲਾ। ਦਿਆਲੂ ਕਿਰਪਾਲੂ ਮਹਾਰਾਜ ਜੀ ਮੇਰੀ ਸੁਪਤਨੀ ਦੀ ਇੱਕ ਬੇਨਤੀ ਮੰਨੀਏ ਜ਼ਰੂਰ। ਦੇਖ ਦੀਨ ਬੇਦੀ ਕੁਲ ਮੋਰੰ। ਇਹ ਬੇਦੀਆਂ ਦੀ ਕੁਲ ਦੇ ਜੋ ਸ਼੍ਰੋਮਣੀ ਮੁਗਟ ਮੋਰ ਸਤਿਗੁਰੂ ਜੀ ਹੈ, ਆਪਣੀ ਸੁਪਤਨੀ ਨੂੰ ਬੜਾ ਦੀਨ ਮਾਣੀ ਗਰੀਬਣੀ ਜੀ ਦੇਖ ਕੇ ਆਏ ਸਦੇ ਸਿੱਖ ਪਠਿਓ ਬਹੋਰੰ। ਆਗਿਆ ਦੇ ਕੇ ਇੱਕ ਸਿੱਖ ਨੂੰ ਮਹਾਰਾਜ ਨੇ ਬੜੀ ਛੇਤੀ ਭੇਜਿਆ ਹੈ। ਕਹਿਓ ਜਾਏ ਕੇ ਤਿਨ ਦੋਏ ਆਗੇ। ਉਹ ਸਿੱਖ ਨੇ ਜਾ ਕੇ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਅੱਗੇ ਜਾ ਕੇ ਕਿਹਾ, ਨਿਸ਼ਚੇ ਗੁਰੂ ਸਮਾਵਨ ਲਾਗੇ। ਕਹਿਣ ਲੱਗੇ ਜਾ ਕੇ ਸਿੱਖ ਨੇ ਕਿਹਾ, ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਜੀ ਸਾਹਿਬਜ਼ਾਦਿਓ, ਯਕੀਨ ਕਰੋ ਵੀ ਗੁਰੂ ਮਹਾਰਾਜ ਅੱਜ ਜੋਤੀ ਜੋ ਸਮਾਉਣ ਲੱਗੇ ਐ। ਮਾਤਾ ਬਿਨਤੀ ਕੀਨ ਕਨੇਰੇ। ਕਿਉਂਕਿ ਆਪ ਜੀ ਦੇ ਮਾਤਾ ਨੇ ਬਹੁਤ ਮਹਾਰਾਜ ਅੱਗੇ ਬੇਨਤੀ ਕੀਤੀ ਹੈ ਤੁਹਾਨੂੰ ਬੁਲਾਉਣ ਲਈ। ਮੁਝ ਤੁਮ ਪਾਸ ਪਠਾਇਓ ਫੇਰੀ। ਤੇ ਵੇਖ ਲਓ ਮੈਂ ਦੂਸਰੀ ਵਾਰ ਤੀਸਰੀ ਵਾਰ ਤੁਹਾਡੇ ਪਾਸ ਜਿਹੜਾ ਤੁਹਾਨੂੰ ਬੁਲਾਉਣ ਲਈ ਆਇਆ, ਮੈਨੂੰ ਤੁਹਾਡੇ ਪਾਸ ਭੇਜਿਆ ਬੁਲਾਉਣ ਲਈ। ਰੰਚਕ ਔਰ ਬਿਲੰਬ ਨਾ ਕੋਈ। ਇਸ ਕਰਕੇ ਮਹਾਰਾਜ ਜੋਤੀ ਜੋ ਸਮਾਉਣ ਲੱਗੇ ਐ, ਕੋਈ ਮਹਾਰਾਜ ਜੀ ਨੂੰ ਦੇਰੀ ਨਹੀਂ ਹੈ। ਚਾਹੋ ਤਾਂ ਮਿਲੋ ਭਲੇ ਬਿਦ ਹੋਈ। ਜੇ ਤੁਸੀਂ ਚਾਹੁੰਦੇ ਆ ਤੇ ਆ ਕੇ ਮਿਲੋ, ਮੈਂ ਕਹਾਂਗਾ ਵੀ ਬੜੀ ਚੰਗੀ ਗੱਲ ਹੋਏਗੀ, ਭਲਾ ਹੀ ਤੁਹਾਡਾ ਹੋਏਗਾ। ਸ੍ਰੀ ਚੰਦ ਪੁਨ ਲਖਮੀ ਦਾਸਾ। ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਮਾਤ ਬਾਤ ਸੁਨ ਭਏ ਉਦਾਸਾ। ਮਾਤਾ ਜੀ ਦੀ ਗੱਲ ਸੁਣ ਕੇ ਬੜੇ ਉਦਾਸ ਹੋਏ ਵੀ ਮਾਤਾ ਜੀ ਵੀ ਉੱਥੇ ਬੈਠੇ ਹੋਏ ਆ ਤੇ ਅਸੀਂ ਜਾ ਕਿਉਂ ਨਹੀਂ ਭਲਾ ਰਹੇ। ਤਤ ਛਿਨ ਉਠੇ ਤਜੇ ਅਨਮਤਾ। ਉਸ ਵੇਲੇ ਬੜੀ ਛੇਤੀ ਨਾਲ ਉੱਠੇ ਆ, ਹੋਰ ਜਿਹੜੇ ਖਿਆਲ ਸਲਾਹ ਮਤੇ ਮਤਾਂਤਰ ਜੇ ਸਭ ਛੱਡ ਦਿੱਤੇ ਹੈ। ਕਹਿਓ ਸਮਾਏ ਨਾ ਸਾਚੇ ਪਿਤਾ। ਆਪੋ ਵਿੱਚ ਹੀ ਕਿਹਾ ਹੈ ਕਿ ਇੱਕ ਦੂਜੇ ਨੂੰ ਵੀ ਕਿਤੇ ਇਹ ਨਾ ਹੋਵੇ ਮਹਾਰਾਜ ਸੱਚਮੁੱਚ ਹੀ ਸਮਾ ਜਾਣ, ਜੋਤੀ ਜੋ ਸਮਾ ਜਾਣ। ਗਮਨੇ ਮਿਲਨ ਭਾਈ ਇਤ ਐਸੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਇੱਧਰ ਤੇ ਐਸੀ ਗੱਲ ਹੋਈ ਹੈ ਵੀ ਮਹਾਰਾਜ ਨੂੰ ਮਿਲਣ ਵਾਸਤੇ ਦੋਨੋਂ ਸੁਪੁੱਤਰ ਹੀ ਚੱਲ ਪਏ। ਉਤ ਕੀ ਸੁਨਹਾ ਕੀਨ ਗੁਰ ਜਾਸੇ। ਉਧਰ ਦੀ ਵੀ ਗੱਲ ਸੁਣੋ, ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਕੌਤਕ ਕੀਤਾ ਹੈ। ਅੰਬਰ ਪਾਏ ਬਦਨ ਪਰ ਤਬਹੀ। ਮਹਾਰਾਜ ਜੀ ਦੇ ਪੂਰੀ ਤਿਆਰੀ ਵਿੱਚ ਹੀ ਸਨ। ਜਿਹੜਾ ਵਸਤਰ ਚਿੱਟੇ ਰੰਗ ਦਾ ਸੋਹਣਾ ਭਾਈ ਸਧਾਰਨ ਪਾਸੋਂ ਧੁਆਇਆ ਸੀ, ਉਹ ਅੰਬਰ ਨੂੰ ਆਪਣੇ ਉੱਪਰ ਮੁੱਖ ਉੱਪਰ ਪਾ ਕੇ ਲੈ ਕੇ ਪੌੜ ਗਏ ਦੇਖਹਿ ਨਰ ਸਭ ਹੀ। ਸਭ ਮਾਈ ਭਾਈ ਸੰਗਤ ਦੇ ਦੇਖਦਿਆਂ ਮਹਾਰਾਜ ਸੁਖ ਆਰਾਮ ਨਾਲ ਲੇਟ ਗਏ। ਗੇ ਸਮਾਏ ਤਨ ਰਹੇ ਨਾ ਪ੍ਰਾਨਾ। ਸੱਚੇ ਪਾਤਸ਼ਾਹ ਜੀ ਸਮਾ ਗਏ ਜੋਤੀ ਜੋਤ ਤੇ ਸਰੀਰ ਵਿੱਚ ਸਵਾਸ ਕੋਈ ਨਹੀਂ ਰਹੇ। ਭਾ ਕਹਾਏ ਕੋ ਸ਼ਬਦ ਮਹਾਨਾ। ਉਸ ਵੇਲੇ ਮਹਾਰਾਜ ਜੀ ਨੇ ਜਿਹੜਾ ਹੈ ਸ਼ਬਦ
ਬਹੁਤ ਸ਼ਬਦ ਦਾ ਕਹਿਣਾ ਕੀਤਾ, ਬਹੁਤ ਸ਼ਬਦਾ ਉਸ ਵੇਲੇ ਹੋਇਆ ਹੈ। ਭਾ ਕਹਾਏ ਕੋ ਸ਼ਬਦ ਮਹਾਨਾ, ਬਹੁਤ ਤਗੜਾ ਸ਼ਬਦ ਉੱਥੇ ਹੋਇਆ ਹੈ ਉਸ ਵੇਲੇ ਵਾਜਾ। ਕਰਹੀ ਲੋਕ ਬਿਲਾਪ ਕਲਾਪਾ, ਗੁਰੂ ਕੀ ਜਿੰਨੀ ਸਿੱਖ ਸੰਗਤ ਆਈ ਨਾ ਪ੍ਰੇਮ ਵਾਲੀ, ਬਹੁਤ ਵਿਰਲਾਪ ਕਰਦੀ ਵਿਰਾਗ ਵਿੱਚ ਆ ਕੇ। ਭਇਓ ਪ੍ਰਭੂ ਕੋ ਬਿਰਹੋ ਪਰਤਾਪਾ, ਕਿਉਂਕਿ ਗੁਰੂ ਜੋ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਮਹਾਰਾਜ ਦੇ ਵਿਛੋੜੇ ਦਾ ਪ੍ਰਤਾਪਾ ਕਹੀਏ। ਸਭ ਨੂੰ ਹੀ ਬੜਾ ਦੁੱਖ ਅਸੋਕ ਜਿਹਾ ਹੋਇਆ ਵੀ ਮਹਾਰਾਜ ਜੋਤੀ ਜੋ ਸਮਾ ਗਏ ਹੈ, ਜਿਸ ਕਰਕੇ ਸਾਰੇ ਜਿਹੜੇ ਆ ਵਿਰਾਗ ਕਰਨ ਲੱਗੇ। ਨਰਨ ਬਿਖਾ ਭਾਰਦਨ ਕਨੇਰਾ, ਸਭ ਮਾਈ ਭਾਈ ਵਿੱਚ ਵਿਰਾਗ ਕਰਕੇ ਬਹੁਤ ਐਵੇਂ ਰੋਣਾ ਸ਼ੁਰੂ ਹੋ ਗਿਆ ਹੈ। ਸਵਰਨ ਮਝਾਰ ਆਨੰਦ ਬਧੇਰਾ, ਇੱਧਰ ਜਿਹੜੇ ਦੇਵਤੇ 33 ਕਰੋੜ ਬੇਅੰਤ ਉਹ ਦੇਵਤਿਆਂ ਵਿੱਚ ਤੇ ਬਹੁਤ ਆਨੰਦ ਵੱਧ ਗਿਆ ਵੀ ਸਤਿਗੁਰੂ ਜੀ ਸਾਡੇ ਪਾਸ ਆ ਰਹੇ ਹੈ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਅਤ ਉਤਸਵ ਕੇ ਗੀਤਨ ਗਾਵਹਿ, ਦੇਵਤੇ ਦੇ ਖੁਸ਼ੀ ਵਿੱਚ ਆ ਕੇ ਬਹੁਤ ਜਿਹੜੇ ਮਹਾਨ ਮਹਾਰਾਜ ਦੀ ਉਸਤਤੀ ਦੇ ਗੀਤ ਗਾਉਂਦੇ, ਸੋਹਲੇ ਗਾਉਂਦੇ। ਬਾਦਤ ਤਾਲ ਮਿਲਾਏ ਬਜਾਵਹਿ, ਤਾਲ ਮਿਲਾ ਕੇ ਵਾਜਿਆਂ ਦੇ ਸਾਜ਼ ਵਜਾਉਂਦੇ ਦੇਵਤੇ। ਉੱਥੇ ਆਕਾਸ਼ ਵਿੱਚ ਤੇ ਦੇਵਤਿਆਂ ਨੇ ਐਸਾ ਪ੍ਰਕਾਸ਼ ਕੀਤਾ ਹੈ, ਮਹਾਰਾਜ ਜੀ ਦੀ ਵਡਿਆਈ ਕਰ ਰਹੇ ਹੈ, ਕੀਰਤਨ ਕਰ ਰਹੇ ਹੈ, ਕਥਾ ਸਤਿਗੁਰੂ ਜੀ ਦੇ ਸੋਹਲੇ ਗਾ ਰਹੇ ਹੈ। ਜਿਵੇਂ ਸਤਿਗੁਰੂ ਮਹਾਰਾਜ ਇੱਕ ਵਾਰ ਜੋਤੀ ਜੋ ਸਮਾ ਗਏ ਹੈ। ਅਤੇ ਉਸ ਵੇਲੇ ਜਿਹੜੇ ਸਾਧ ਸੰਗਤ ਜੀ ਜਿੰਨੇ ਦੇਵੀ ਦੇਵਤੇ ਹੈ ਖੁਸ਼ੀ ਵਿੱਚ ਆ ਕੇ ਫਿਰ ਸ਼ਿਵ ਜੀ ਬ੍ਰਹਮਾ ਇਤਿਆਦਿਕ ਕੁਬੇਰ ਇੰਦਰ ਜਿੰਨੇ ਦੇਵਤੇ ਮਹਾਰਾਜ ਜੀ ਦਾ ਸਤਿਕਾਰ ਕਰਨ ਵਾਸਤੇ ਅੱਗੋਂ ਆਏ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਕਵੀ ਜੀ ਨੇ ਬੜੇ ਸੋਹਣੇ ਢੰਗ ਨਾਲ ਹੀ ਸਾਰੇ ਦੇਵਤਿਆਂ ਦਾ ਆਉਣਾ ਲਿਖਿਆ ਹੈ। ਕੱਲ੍ਹ ਆਪਾਂ ਸਰਵਣ ਕਰਕੇ ਉਹਦਾ ਪ੍ਰਸੰਗ ਦਾ ਲਾਹਾ ਲਹਾਂਗੇ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖੇਮਾ ਵਿਚਾਰਾਂ ਦੀ ਸਮਾਪਤੀ। ਨਰਨ ਬਿਖਾ ਭਾਰਦਨ ਕਨੇਰਾ, ਸਵਰਨ ਮਝਾਰ ਆਨੰਦ ਬਧੇਰਾ। ਅਤ ਉਤਸਵ ਕੇ ਗੀਤਨ ਗਾਵਹਿ, ਬਾਦਿਤ ਤਾਲ ਮਿਲਾਏ ਬਜਾਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।